ਇੱਕ ਹੋਰ ਖਾਸ ਵੀਡੀਓ, ਇੱਕ ਹੋਰ ਖਾਸ ਰਿਪੋਰਟ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੇ ਵਿੱਚ। ਅੱਜ ਮੈਂ ਗੱਲ ਕਰਾਂਗਾ ਪੰਜਾਬ ਦੇ ਵਿੱਚ ਵੱਖਵਾਦ ਦਾ ਇੱਕ ਲੰਬਾ ਦੌਰ ਤੇ ਉਹ ਸੰਤਾਪ ਜਿਹੜਾ ਪੰਜਾਬ ਨੇ ਆਪਣੇ ਸੀਨੇ ਉੱਤੇ ਹੰਢਾਇਆ ਤੇ ਉਸ ਵਿੱਚ ਇਸ ਵੱਖਵਾਦ ਦੇ ਖਿਲਾਫ, ਇਸ ਦਹਿਸ਼ਤਗਰਦੀ ਦੇ ਖਿਲਾਫ ਉਸ ਲੜਾਈ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਨ ਦੇ ਵਿੱਚ ਪੰਜਾਬ ਪੁਲਿਸ ਦੀ ਮਦਦ ਕੀਤੀ ਇੱਕ ਐਸੀ ਟੈਕਨੀਕ ਨੇ, ਯਾਨੀ ਕਿ ਇੱਕ ਐਸੀ ਤਕਨੀਕ ਨੂੰ ਪੰਜਾਬ ਸਰਕਾਰ ਨੇ ਵਰਤੋਂ ਵਿੱਚ ਲਿਆਂਦਾ ਜੋ ਕਿ ਮਨੁੱਖੀ ਇੰਟੈਲੀਜੈਂਸ ਯਾਨੀ ਕਿ ਹਿਊਮਨ ਇੰਟੈਲੀਜੈਂਸ ਦੇ ਉੱਤੇ ਖੁਫੀਆ ਤੰਤਰ ਦੇ ਪੱਖੋਂ ਇੱਕ ਬਹੁਤ ਹੀ ਕਾਮਯਾਬ ਟੈਕਨੀਕ ਸਾਬਤ ਹੋਈ। ਤੇ ਇਸ ਟੈਕਨੀਕ ਦੇ ਉੱਤੇ ਬਹੁਤ ਸੇ ਵਿਵਾਦ ਖੜੇ ਹੁੰਦੇ ਰਹੇ ਨੇ ਕਿਉਂਕਿ ਸਮਝਿਆ ਇਹ ਜਾਂਦਾ ਹੈ ਕਿ ਇਸ ਟੈਕਨੀਕ ਦੇ ਨਾਂ ਉੱਤੇ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਈ। ਅਤਵਾਦ ਤੇ ਵੱਖਵਾਦ ਦਾ ਜਿਹੜਾ ਸਾਹਮਣਾ ਪੰਜਾਬ ਪੁਲਿਸ ਨੇ ਖਾਸ ਕਰਕੇ 1999 ਤੇ 90 ਦੇ ਦੌਰ ਦੇ ਵਿੱਚ ਇਸ ਟੈਕਨੀਕ ਨੂੰ ਬਖੂਬੀ ਇਸਤੇਮਾਲ ਕਰਕੇ ਕੀਤਾ। ਇਸ ਟੈਕਨੀਕ ਦਾ ਨਾਂ ਸੀ ਕੈਟ ਟੈਕਨੀਕ। ਕੈਟ ਦਾ ਆਖਰ ਮਤਲਬ ਕੀ ਸੀ, ਇਹ ਪੂਰਾ ਫਿਨੋਮੀਨਾ ਕੀ ਸੀ, ਇਸ ਪੂਰੇ ਕਨਸੈਪਟ ਦਾ ਕਾਰਨ ਕੀ ਰਿਹਾ ਤੇ ਇਸ ਦੇ ਨਾਲ ਕੀ ਕੁਝ ਅਚੀਵ ਹੋ ਪਾਇਆ ਪੰਜਾਬ ਦੇ ਵਿੱਚ ਉਸ ਵੱਖਵਾਦ ਦੀ ਲਹਿਰ ਨੂੰ ਸਮਾਪਤ ਕਰਨ ਦੇ ਪੱਖੋਂ ਅੱਜ ਉਸ ਦੀ ਘੋਖ ਕਰਨ ਦੀ ਕੋਸ਼ਿਸ਼ ਕਰਾਂਗੇ। ਕੈਟ ਦਾ ਮਤਲਬ ਇੱਕ ਬਿੱਲੀ ਮੰਨਿਆ ਜਾਂਦਾ ਹੈ। ਜੇ ਆਪਾਂ ਇੱਕ ਐਕਰੋਨਿਮ ਦੇ ਤੌਰ ਤੇ ਇਸ ਸ਼ਬਦ ਨੂੰ ਦੇਖੀਏ ਤਾਂ ਉਸ ਵਕਤ ਇਸ ਦਾ ਮਤਲਬ ਕੰਬਾਈਨ ਅਗੇਂਸਟ ਟੈਰਰਿਜ਼ਮ ਜਾਂ ਕੰਬੈਟ ਅਗੇਂਸਟ ਟੈਰਰਿਜ਼ਮ ਦੇ ਰੂਪ ਵਿੱਚ ਵੀ ਮੰਨਿਆ ਜਾ ਸਕਦਾ ਹੈ, ਲੇਕਿਨ ਇਸ ਦੀ ਕੋਈ ਖਾਸ ਰੂਪਰੇਖਾ ਜਾਂ ਕੋਈ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ। ਸਮਝਿਆ ਜਾਂਦਾ ਹੈ ਵੀ ਇਸ ਟੈਕਨੀਕ ਨੂੰ ਸਭ ਤੋਂ ਪਹਿਲਾਂ ਜੂਲੀਓ ਰਿਬੇਰੋ ਨੇ ਪੰਜਾਬ ਦੇ ਵਿੱਚ ਲਾਗੂ ਕੀਤਾ, ਲੇਕਿਨ ਇਸ ਚੀਜ਼ ਦੇ ਵੀ ਕੋਈ ਪੁਖਤਾ ਸਬੂਤ ਹਾਸਲ ਨਹੀਂ ਹੈਗੇ ਨੇ। ਜਦੋਂ ਪੰਜਾਬ ਦੇ ਵਿੱਚ KPS ਗਿੱਲ DGP ਬਣ ਕੇ ਆਇਆ ਤਾਂ ਇਸ ਟੈਕਨੀਕ ਨੂੰ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਇਸਤੇਮਾਲ ਵਿੱਚ ਲਿਆਂਦਾ ਗਿਆ ਤੇ ਬਹੁਤ ਸੇ ਸੰਸਾਧਨ ਇਸ ਟੈਕਨੀਕ ਦੀ ਵਰਤੋਂ ਲਈ ਚੋਕ ਵੀ ਦਿੱਤੇ ਗਏ, ਜਿਸ ਦਾ ਸਦਕਾ ਹੀ ਬਹੁਤ ਵੱਡੀ ਕਾਮਯਾਬੀ ਵੀ ਪੰਜਾਬ ਪੁਲਿਸ ਨੂੰ ਇਸ ਪੂਰੇ ਆਪਰੇਸ਼ਨਸ ਦੇ ਵਿੱਚ ਮਿਲੀ। ਲੇਕਿਨ ਕੈਟ ਦੀ ਜਿਹੜੀ ਸ਼ੁਰੂਆਤ ਸੀ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਵੀ ਸਥਾਨਕ ਪੱਧਰ ਤੇ ਕੁਝ ਐਸੇ IPS ਅਫਸਰ ਰਹੇ ਨੇ ਜਿਨ੍ਹਾਂ ਦੇ ਵਿੱਚ ਕਿ ਜਿਹੜੇ ਵੱਡੇ ਵੱਡੇ ਨਾਂ ਵੱਜਦੇ ਨੇ ਉਸ ਦੇ ਵਿੱਚੋਂ ਮੁਹੰਮਦ ਇਜ਼ਹਾਰ ਆਲਮ, SS ਵਿਰਕ, ਸੁਮੇਰ ਸਿੰਘ ਸੈਣੀ, ਮੁਹੰਮਦ ਮੁਸਤਫਾ ਤੇ ਅਜਿਹੇ ਕਈ ਹੋਰ IPS ਅਫਸਰ ਜਿਨ੍ਹਾਂ ਨੇ ਕਿ ਸਥਾਨਕ ਪੱਧਰ ਉੱਤੇ ਸਭ ਤੋਂ ਪਹਿਲਾਂ ਇਸ ਕੈਟ ਸਿਸਟਮ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਵਿੱਚ ਵੱਖਵਾਦ ਦੇ ਖਿਲਾਫ ਲੜਾਈ ਦੇ ਵਿੱਚ ਇਸ ਕੈਟ ਦੇ ਫਿਨੋਮੀਨਨ ਦੀ ਵਰਤੋਂ ਦੇ ਕੁਝ ਓਰੀਜਨਲ ਟ੍ਰੇਸਿਸ ਜਿਹੜੇ ਹਨ ਉਹਨਾਂ ਨੂੰ 1986 ਤੋਂ ਬਾਅਦ ਹੀ ਤਲਾਸ਼ਿਆ ਜਾ ਸਕਦਾ ਹੈ। 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ 1984 ਦੇ ਸਾਕਾ ਨੀਲਾ ਤਾਰਾ ਯਾਨੀ ਕਿ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਪੰਜਾਬ ਪੁਲਿਸ ਕੋਲ ਨਾ ਤਾਂ ਮਨੁੱਖੀ ਖੁਫੀਆ ਤੰਤਰ ਦੇ ਪੱਖੋਂ ਕੋਈ ਐਸੀ ਵਿਸਤ੍ਰਿਤ ਜਾਂ ਵਿਆਪਕ ਪ੍ਰਬੰਧ ਤੇ ਮੈਕੈਨਿਜ਼ਮ ਸੀ, ਢਾਂਚਾ ਸੀ ਜਿਸ ਦਾ ਸਦਕਾ ਉਹ ਉਹਨਾਂ ਆਈਡੀਓਲੋਜੀਕਲੀ ਯਾਨੀ ਕਿ ਵਿਚਾਰਧਾਰਕ ਤੌਰ ਤੇ ਬਹੁਤ ਹੀ ਮੋਟੀਵੇਟਿਡ ਕਾਡਰਸ ਦੇ ਨਾਲ ਲੜਾਈ ਲੜ ਸਕਦੇ। ਉਹ ਇੱਕ ਵਕਤ ਸੀ ਜਦੋਂ ਕਿ ਇਹ ਲੜਾਈ ਇੱਕ ਵੱਖਵਾਦ ਦੀ ਲਹਿਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਸੀ। ਦਹਿਸ਼ਤਗਰਦੀ ਜਾਂ ਅਤਵਾਦ ਦੇ ਨਾਲ ਇਸ ਨੂੰ ਜੋੜਿਆ ਬਿਲਕੁਲ ਨਹੀਂ ਸੀ ਜਾ ਸਕਦਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਹਨਾਂ ਦੇ तमाम ਸਮਰਥਕ ਜਾਂ ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜੇ ਸ਼ਾਮਲ ਹੋਣ ਵਾਲੇ ਮਰਜੀਵੜੇ ਸਨ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦੀ ਸਿਧਾਂਤਕ ਤੇ ਵਿਚਾਰਧਾਰਕ ਸ਼ਕਤੀ ਸੀ ਜਿਸ ਦਾ ਮੁਕਾਬਲਾ ਕੋਈ ਵੀ ਪੁਲਿਸ ਤੰਤਰ ਨਹੀਂ ਸੀ ਕਰ ਸਕਦਾ। ਲੇਕਿਨ ਸਾਕਾ ਨੀਲਾ ਤਾਰਾ ਤੋਂ ਬਾਅਦ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਸ ਪੂਰੀ ਮੂਵਮੈਂਟ ਨੇ ਇੱਕ ਵੱਖਰੀ ਦਿਸ਼ਾ ਤੇ ਨੁਹਾਰ ਫੜੀ। ਲਗਭਗ ਅਗਲੇ 1.5-2 ਸਾਲ ਪੰਜਾਬ ਦੇ ਵਿੱਚ ਬਹੁਤ ਰੋਸ ਸੀ। ਜੋ ਕੁਛ ਅਕਾਲ ਤਖਤ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਵਿੱਚ ਹੋਇਆ ਸੀ, ਫੌਜ ਨੇ ਕੀਤਾ ਸੀ, ਉਸ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸਾ ਸੀ ਤੇ ਗਰਾਊਂਡ ਦੇ ਉੱਤੇ ਇੱਕ ਸੈਂਟੀਮੈਂਟ ਵੀ ਮੌਜੂਦ ਸੀ ਤੇ ਕਾਡਰ ਦੀ ਸ਼ਕਲ ਵਿੱਚ ਉਸਨੇ ਇੱਕ ਸ਼ੇਪ ਲੈਣੀ ਯਾਨੀ ਕਿ ਸ਼ਕਲ ਅਖਤਿਆਰ ਕਰਨੀ ਵੀ ਸ਼ੁਰੂ ਕਰਤੀ ਸੀ। 1986 ਆਉਂਦਿਆਂ ਪੰਜਾਬ ਦੇ ਵਿੱਚ ਵਾਰਦਾਤਾਂ ਜਿਹੜੀਆਂ ਸੀ ਉਹ ਲਗਾਤਾਰ ਵੱਧ ਰਹੀਆਂ ਸਨ, ਲੇਕਿਨ 1986 ਦੇ ਵਿੱਚ ਮਈ 1986 ਤੋਂ ਲੈ ਕੇ 1987 ਦਾ ਉਹ ਵਕਤ ਸੀ, ਲਗਭਗ 1.5 ਸਾਲ ਦਾ ਵਕਫਾ ਜਦੋਂ ਪੰਜਾਬ ਦੇ ਵਿੱਚ ਇੱਕ ਖੁਫੀਆ ਤੰਤਰ ਦੇ ਢਾਂਚੇ ਨੂੰ ਤਿਆਰ ਕਰਨ ਦੀ ਲੋੜ ਜ਼ਿਆਦਾ ਮਹਿਸੂਸ ਹੋਣੀ ਸ਼ੁਰੂ ਹੋਈ। ਇਹ ਉਹ ਵਕਤ ਸੀ ਜਦੋਂ ਅਜੇ ਵੀ ਵਿਚਾਰਧਾਰਕ ਜਾਂ ਸਿਧਾਂਤਕ ਪੱਧਰ ਤੇ ਬਹੁਤ ਸੇ ਐਸੇ ਸਿੱਖ ਨੌਜਵਾਨ ਸਨ, ਬਹੁਤ ਸੇ ਐਸੇ ਵਲੰਟੀਅਰ ਸਨ ਜੋ ਕਿ ਆਪਣੇ ਆਪ ਨੂੰ ਸੁਰੱਖਿਆ ਏਜੰਸੀਆਂ ਜਾਂ ਪੁਲਿਸ ਦੇ ਸਾਹਮਣੇ ਮੁਕਾਬਲੇ ਦੇ ਰੂਪ ਵਿੱਚ ਆਪਣੇ ਅੰਦਰੋਂ ਆਉਣ ਵਾਲੀ ਆਵਾਜ਼, ਆਪਣੇ ਅੰਦਰੋਂ ਉੱਠਦੀ ਹੋਈ ਆਵਾਜ਼ ਦੀ ਕਾਲ ਦੇ ਉੱਤੇ ਹੀ ਇਸ ਲੜਾਈ ਨੂੰ ਲੜਨਾ ਚਾਹੁੰਦੇ ਸਨ। ਸੋ ਇਸ ਹਾਲਾਤ ਦੇ ਵਿੱਚ ਪੰਜਾਬ ਪੁਲਿਸ ਲਈ ਕੋਈ ਜ਼ਿਆਦਾ ਸੰਸਾਧਨ ਉਪਲਬਧ ਨਹੀਂ ਸਨ, ਇੱਕ ਗਰਾਊਂਡ ਬੇਸ ਉਪਲਬਧ ਨਹੀਂ ਸੀ ਇਸ ਲੜਾਈ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਵਧਾਉਣ ਲਈ। ਕੈਟ ਸਿਸਟਮ ਦੀ ਸ਼ੁਰੂਆਤ 1986 ਦੇ ਆਸ-ਪਾਸ ਦੱਸੀ ਜਾਂਦੀ ਹੈ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਤਜਰਬੇ ਦੇ ਰੂਪ ਦੇ ਇਸ ਸਿਸਟਮ ਨੂੰ ਸ਼ੁਰੂ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਪੁਲਿਸ ਕੋਲ ਕੋਈ ਖੁਫੀਆ ਤੰਤਰ ਨਹੀਂ ਸੀ, ਕੋਈ ਸੀਕ੍ਰੇਟ ਫੰਡ ਨਹੀਂ ਸਨ, ਕੋਈ ਐਸੀ ਟੈਕਨੋਲੋਜੀ ਨਹੀਂ ਸੀ, ਨਾ ਤਾਂ ਮੋਬਾਈਲ ਕਾਲ ਸਨ ਉਸ ਵਕਤ, ਨਾ ਹੀ ਟੈਲੀਫੋਨਸ ਨੂੰ ਟੈਪ ਕਰਨ ਜਾਂ ਉਹਨਾਂ ਨੂੰ ਰਿਕਾਰਡ ਕਰਨ ਦੀ ਇੱਕ ਵਿਆਪਕ ਵਿਵਸਥਾ ਸੀ ਤੇ ਖਾਸ ਕਰਕੇ ਜ਼ਿਲ੍ਹਾ ਪੱਧਰ ਜਾਂ ਥੱਲੜੇ ਆਪਰੇਸ਼ਨਲ ਲੈਵਲ ਤੇ, ਫੀਲਡ ਲੈਵਲ ਤੇ ਇਸ ਕਿਸਮ ਦੀਆਂ ਕੋਈ ਸਹੂਲਤਾਂ ਦੀ ਘਾਟ ਹੋਣਾ ਜਾਂ ਫਿਰ ਸੰਸਾਧਨ ਨਾ ਹੋਣਾ ਜਾਂ ਹਿਊਮਨ ਇੰਟੈਲੀਜੈਂਸ ਪੱਖੋਂ ਪੁਲਿਸ ਬਿਲਕੁਲ ਪਛੜੀ ਹੋਈ ਸੀ।
ਉਸ ਹਾਲਾਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਤਜਰਬਾ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ। ਅਪਰਾਧੀ ਅਨਸਰਾਂ ਨੂੰ ਆਪਣੇ ਰੈਂਕ ਐਂਡ ਫਾਈਲ ਦੇ ਵਿੱਚ ਜਾਂ ਆਪਣੇ ਖੁਫੀਆ ਤੰਤਰ ਦਾ ਇੱਕ ਹਿੱਸਾ ਬਣਾਇਆ ਜਾਣਾ ਪੰਜਾਬ ਪੁਲਿਸ ਲਈ ਇੱਕ ਸਹੀ ਨਤੀਜਾ ਸਾਬਤ ਹੋਇਆ, ਜਿਸ ਨੇ ਕਿ 1986 ਤੇ 87 ਦੇ ਸਾਲ ਵਿੱਚ ਲਗਭਗ 7,500 ਤੋਂ ਵੱਧ ਜਿਹੜੇ ਵੱਖਵਾਦੀ ਅਨਸਰ ਸਨ ਉਹਨਾਂ ਨੂੰ ਕਾਬੂ ਕਰਨ, ਗ੍ਰਿਫਤਾਰ ਕਰਨ ਜਾਂ ਫਿਰ ਨਿਊਟਰਲਾਈਜ਼ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਸੋ ਅਪਰਾਧੀ ਅਨਸਰਾਂ ਜਾਂ ਕ੍ਰਿਮੀਨਲਸ ਨੂੰ ਪੁਲਿਸ ਦੇ ਇੱਕ ਰਿਸੋਰਸ ਵਜੋਂ ਵਰਤਣਾ, ਯਾਨੀ ਕਿ ਜਿਸ ਨੂੰ ਸਿਊਡੋ ਟੈਰਰਿਸਟ ਟੈਕਨੀਕ ਕਿਹਾ ਜਾਂਦਾ ਹੈ, ਉਸ ਵਜੋਂ ਵਰਤਣਾ ਪੰਜਾਬ ਪੁਲਿਸ ਲਈ ਸਹਾਇਕ ਸਾਬਤ ਹੋ ਰਿਹਾ ਸੀ। ਤੇ ਇਹੀ ਉਹ ਦੌਰ ਸੀ ਜਦੋਂ ਅੰਮ੍ਰਿਤਸਰ ਤੋਂ ਇਹ ਫਿਨੋਮੀਨਨ ਖੁੱਲ੍ਹ ਕੇ ਪੰਜਾਬ ਦੇ ਹੋਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਹੜੇ ਪੁਲਿਸ ਕਪਤਾਨ ਸੀ ਉਹਨਾਂ ਨੇ ਵੀ ਵਰਤਣਾ ਸ਼ੁਰੂ ਕੀਤਾ ਤੇ ਪੰਜਾਬ ਵਿੱਚ ਸ਼ੁਰੂਆਤ ਹੋਈ ਇਸ ਕੈਟ ਦੇ ਕਨਸੈਪਟ ਦੀ। ਪਹਿਲਾਂ ਸਮਝ ਲਈਏ ਵੀ ਕੈਟ ਦੇ ਕਨਸੈਪਟ ਦੇ ਵਿੱਚ ਮੁੱਢਲੇ ਤੌਰ ਤੇ ਕੌਣ-ਕੌਣ ਲੋਕ ਆਉਂਦੇ ਸਨ, ਕਿਉਂਕਿ ਬਹੁਤ ਸੇ ਲੋਕਾਂ ਨੂੰ ਇਸ ਬਾਰੇ ਸੰਸਾ ਹੈ ਕਿ ਆਖਿਰ ਕੈਟ ਕੌਣ ਹੁੰਦੇ ਸਨ। ਕੈਟ ਦੇ ਵਿੱਚ ਪਹਿਲੇ ਲੈਵਲ ਦੇ, ਯਾਨੀ ਕਿ ਜਿਸ ਲੈਵਲ ਦੀ ਮੈਂ ਗੱਲ ਕਰ ਚੁੱਕਾ ਹਾਂ, ਉਸ ਦੇ ਵਿੱਚ ਉਹ ਅਪਰਾਧਿਕ ਅਨਸਰ ਜਾਂ ਕ੍ਰਿਮੀਨਲ ਐਲੀਮੈਂਟ ਸਨ ਜੋ ਕਿ ਅੰਡਰਵਰਲਡ ਜਾਂ ਮਾਫੀਆ ਦੇ ਨਾਲ ਕੰਮ ਕਰਦੇ ਸਨ। ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਲੁੱਟਾਂ ਖੋਹਾਂ ਜਾਂ ਇਸ ਕਿਸਮ ਦੀਆਂ ਛੋਟੀਆਂ ਵਾਰਦਾਤਾਂ ਉਹਨਾਂ ਦਾ ਧੰਦਾ ਹੁੰਦਾ ਸੀ, ਉਹਨਾਂ ਦਾ ਪੇਸ਼ਾ ਹੁੰਦਾ ਸੀ। ਤੇ ਕਿਉਂਕਿ ਪੁਲਿਸ ਦੇ ਜਿਹੜੇ ਖੁਫੀਆ ਤੰਤਰ ਜਾਂ ਮੈਕੈਨਿਜ਼ਮ ਸੀ ਹਿਊਮਨ ਇੰਟੈਲੀਜੈਂਸ ਦਾ, ਉਹਨਾਂ ਦੀ ਜਿਹੜੀ ਰੀਚ 1984 ਤੋਂ ਬਾਅਦ 1986-87 ਤੱਕ ਇਹਨਾਂ ਕ੍ਰਿਮੀਨਲਸ ਦੇ ਵਿੱਚ ਨਹੀਂ ਸੀ ਹੋ ਪਾਈ। ਉਸ ਕਾਰਨ ਲਗਾਤਾਰ ਪੁਲਿਸ ਨੂੰ ਆਪਣੀ ਲੜਾਈ ਦੇ ਵਿੱਚ ਨੁਕਸਾਨ ਹੋ ਰਿਹਾ ਸੀ। ਲੇਕਿਨ ਇਹਨਾਂ ਅਪਰਾਧਿਕ ਅਨਸਰਾਂ ਨੂੰ ਆਪਣੇ ਨਾਲ ਇਸ ਲੜਾਈ ਵਿੱਚ ਮਿਲਾਉਣ ਤੋਂ ਬਾਅਦ ਜਿਹੜੇ ਨਤੀਜੇ ਪੰਜਾਬ ਪੁਲਿਸ ਦੇ ਸਾਹਮਣੇ ਆਏ, ਉਸਨੇ ਪੰਜਾਬ ਪੁਲਿਸ ਨੂੰ ਪ੍ਰਭਾਵਿਤ ਕੀਤਾ ਤੇ ਪੰਜਾਬ ਪੁਲਿਸ ਨੂੰ ਇਹ ਲੱਗਣ ਲੱਗਾ ਵੀ ਇਹ ਜਿਹੜਾ ਮਾਡਲ ਹੈ ਇਹ ਕਾਮਯਾਬ ਹੋਏਗਾ। ਲੇਕਿਨ ਇਸ ਦੇ ਕੁਝ ਨੁਕਸਾਨ ਸਨ, ਜਿਸ ਦੇ ਵਿੱਚ ਕਿ ਇਹਨਾਂ ਕ੍ਰਿਮੀਨਲ ਅਨਸਰਾਂ ਵੱਲੋਂ ਨਾਜਾਇਜ਼ ਤੌਰ ਤੇ ਫਾਇਦੇ ਚੁੱਕੇ ਜਾਣੇ ਸ਼ੁਰੂ ਕਰਤੇ ਗਏ। ਪੰਜਾਬ ਪੁਲਿਸ ਨੂੰ ਸਮੇਂ ਦੇ ਨਾਲ-ਨਾਲ ਇਹ ਵੀ ਮਹਿਸੂਸ ਹੋ ਗਿਆ ਵੀ ਇਹਨਾਂ ਅਪਰਾਧੀਆਂ ਦੇ ਸਿਰ ਉੱਤੇ, ਇਹਨਾਂ ਕ੍ਰਿਮੀਨਲਸ ਦੇ ਸਿਰ ਉੱਤੇ ਅੱਤਵਾਦ ਦੇ ਖਿਲਾਫ ਜਾਂ ਵੱਖਵਾਦ ਦੇ ਖਿਲਾਫ ਲੜਾਈ ਨਹੀਂ ਸੀ ਲੜੀ ਜਾ ਸਕਦੀ। ਸੋ ਉਹਨਾਂ ਨੇ ਮਹਿਸੂਸ ਕੀਤਾ ਕਿ ਇੱਕ ਵੱਖਰੇ ਕਿਸਮ ਦੇ ਕੈਟਸ ਦੀ ਤਿਆਰੀ ਸ਼ੁਰੂ ਹੋਣੀ ਚਾਹੀਦੀ ਹੈ ਤੇ ਉਸ ਲਈ ਉਹਨਾਂ ਨੂੰ ਉਹ ਮਨੁੱਖੀ ਸੰਸਾਧਨ ਉਹਨਾਂ ਵੱਖਵਾਦੀਆਂ ਤੇ ਖਾੜਕੂਆਂ ਦੇ ਵਿੱਚੋਂ ਹੀ ਮਿਲ ਗਏ ਜੋ ਕਿ ਆਪਣੇ ਕੰਮਕਾਜ ਤੋਂ ਜਾਂ ਆਪਣੀ ਜਥੇਬੰਦੀਆਂ ਵੱਲੋਂ ਕੀਤੀ ਗਈਆਂ ਗਤੀਵਿਧੀਆਂ ਜਾਂ ਵਾਰਦਾਤਾਂ ਤੋਂ ਜ਼ਿਆਦਾ ਸੰਤੁਸ਼ਟ ਨਹੀਂ ਸਨ, ਕਿਉਂਕਿ ਇਹ ਐਸਾ ਮੌਕਾ ਵੀ ਸੀ ਜਦੋਂ ਵਿਚਾਰਧਾਰਕ ਤੇ ਸਿਧਾਂਤਕ ਤੌਰ ਤੇ ਜਿਹੜੀ ਮਜ਼ਬੂਤੀ ਵੱਖਵਾਦ ਦੀ ਲਹਿਰ ਨੂੰ ਉਸ ਵਕਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਸਮੇਂ ਮਿਲਿਆ ਕਰਦੀ ਸੀ, ਉਹ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਸੀ ਤੇ ਅਪਰਾਧਿਕ ਜਿਹੜੇ ਅਨਸਰ ਸੀ ਉਹ ਵੱਖਵਾਦੀਆਂ ਜਾਂ ਖਾੜਕੂਆਂ ਦੇ ਰੈਂਕਸ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸ਼ਾਮਲ ਹੋ ਚੁੱਕੇ ਸਨ। ਅਜਿਹੇ ਡਿਸਗਰੰਟਲਡ ਅਨਸਰ ਜਿਹੜੇ ਸਨ ਵੱਖਵਾਦ ਤੇ ਖਾੜਕੂ ਕਾਡਰਸ ਦੇ ਵਿੱਚੋਂ, ਉਹਨਾਂ ਨੂੰ ਆਪਣੇ ਨਾਲ ਸ਼ਾਮਲ ਕਰਵਾਉਣਾ ਜਾਂ ਰਲਾਉਣਾ ਪੁਲਿਸ ਲਈ ਇੱਕ ਬਹੁਤ ਮਾਸਟਰ ਸਟ੍ਰੋਕ ਸੀ। ਤਾਂ ਇਸ ਤੋਂ ਇਲਾਵਾ ਇੱਕ ਹੋਰ ਕੈਟੇਗਰੀ ਸੀ ਜੋ ਕਿ ਪੁਲਿਸ ਵੱਲੋਂ ਆਪਣੇ ਹੀ ਕੈਟ ਤਿਆਰ ਕੀਤੇ ਜਾਣ ਲੱਗੇ, ਯਾਨੀ ਕਿ ਉਹ ਲੋਕ ਜੋ ਕਿ ਪੁਲਿਸ ਦੇ ਹੀ ਮੁਲਾਜ਼ਮ ਸਨ ਲੇਕਿਨ ਥੋੜੇ ਜ਼ਿਆਦਾ ਮੋਟੀਵੇਟ ਹੋਣ ਕਰਕੇ ਉਹ ਅਪਰਾਧੀ ਜਾਂ ਇਹਨਾਂ ਐਲੀਮੈਂਟਸ ਦੇ ਵਿੱਚ, ਖਾੜਕੂਆਂ ਜਾਂ ਵੱਖਵਾਦੀਆਂ ਦੇ ਵਿੱਚ ਵੜ ਕੇ ਉਹਨਾਂ ਦੀ ਮੂਵਮੈਂਟਸ ਦਾ ਹਿੱਸਾ ਬਣ ਕੇ ਉਹਨਾਂ ਦੀ ਮੁਖਬਰੀ ਕਰ ਸਕਦੇ ਸੀਗੇ। ਸੋ 3 ਅਲੱਗ-ਅਲੱਗ ਗ੍ਰੇਡ ਦੇ ਜਿਹੜੇ ਕੈਟ ਸਨ ਸਾਲ 87-88 ਤੱਕ ਤਿਆਰ ਹੋ ਚੁੱਕੇ ਸਨ। ਉਸ ਦੇ ਵਿੱਚੋਂ ਸਭ ਤੋਂ ਪਹਿਲਾ ਐਲੀਮੈਂਟ ਉਹਨਾਂ ਕ੍ਰਿਮੀਨਲਸ ਦਾ ਸੀ ਜਿਸ ਨੂੰ ਸ਼ੁਰੂਆਤੀ ਫੇਜ਼ ਦੇ ਵਿੱਚ ਪੰਜਾਬ ਪੁਲਿਸ ਨੇ ਵਰਤਿਆ। ਉਸ ਤੋਂ ਬਾਅਦ ਉਹ ਜਿਹੜੇ ਵੱਖਵਾਦੀ ਤੇ ਖਾੜਕੂ ਅਨਸਰ ਸਨ ਜੋ ਕਿ ਡਿਸਇਲੂਜ਼ਨਡ ਸਨ, ਜੋ ਕਿ ਨਾਮੋਸ਼ ਹੋ ਚੁੱਕੇ ਸਨ ਇਸ ਮੂਵਮੈਂਟ ਦੇ ਵਿੱਚ ਹੋ ਰਹੇ ਜਾਂ ਆ ਰਹੇ ਨਿਗਾਰ ਨੂੰ ਲੈ ਕੇ, ਉਹਨਾਂ ਨੇ ਵੀ ਆਪਣੇ ਆਪ ਨੂੰ ਪੁਲਿਸ ਰੈਂਕ ਅਤੇ ਫਾਈਲ ਦੇ ਵਿੱਚ ਸ਼ਾਮਲ ਕਰ ਲਿਆ ਸੀ। ਤੇ ਖਾਸ ਕਰਕੇ 87 ਸਾਲ ਤੱਕ ਆਉਂਦਿਆਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ 7,500 ਦੇ ਆਸ-ਪਾਸ ਜਿਹੜੇ ਵੱਖਵਾਦੀ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਿਊਟਰਲਾਈਜ਼ ਕੀਤਾ ਗਿਆ। ਇੱਕ ਡਰ ਦੀ ਭਾਵਨਾ ਵੀ ਉਸ ਵਕਤ ਮਹਿਸੂਸ ਕੀਤੀ ਜਾ ਰਹੀ ਸੀ। ਸੋ ਬਹੁਤ ਸੇ ਕਾਡਰ ਪੁਲਿਸ ਦੇ ਨਾਲ ਰਲਣ ਲਈ ਤਿਆਰ ਸਨ ਤੇ ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਆਪਣੇ ਲੈਵਲ ਤੇ ਕੈਟ ਤਿਆਰ ਕੀਤੇ ਜਾ ਰਹੇ ਸਨ ਜੋ ਕਿ ਉਹ ਲੋਕ ਸਨ ਜੋ ਕਿ ਬੇਸ਼ੱਕ ਉਹਨਾਂ ਦੀ ਥੋੜੀ ਕ੍ਰਿਮੀਨਲ ਬੈਕਗ੍ਰਾਉਂਡ ਰਹੀ ਹੋਵੇ ਲੇਕਿਨ ਉਹ ਮੋਟੀਵੇਟਿਡ ਹੋਣ ਦੇ ਕਾਰਨ ਜੇ ਉਹ ਚੰਗੀ ਯਾਨੀ ਕਿ ਐਕਸ਼ਨੇਬਲ ਇੰਟੈਲੀਜੈਂਸ ਪੁਲਿਸ ਨੂੰ ਪ੍ਰੋਵਾਈਡ ਕਰ ਸਕਦੇ ਸਨ, ਉਹਨਾਂ ਹਾਲਾਤਾਂ ਦੇ ਵਿੱਚ ਨਿਸ਼ਾਨਦੇਹੀ ਜਾਂ ਉਹਨਾਂ ਦੀ ਮੁਖਬਰੀ ਉੱਤੇ ਵੱਖਵਾਦੀ ਜਾਂ ਖਾੜਕੂਆਂ ਨੂੰ ਐਲੀਮੀਨੇਟ ਕੀਤਾ ਜਾ ਸਕਦਾ ਸੀ। ਉਹਨਾਂ ਨੂੰ ਫਿਰ ਆਪਣੇ ਰੈਂਕ ਐਂਡ ਫਾਈਲ ਦੇ ਵਿੱਚ ਬਣਦੇ ਸਨਮਾਨ ਤੇ ਬਣਦੇ ਅਹੁਦੇ ਵੀ ਦਿੱਤੇ ਜਾਣ ਲੱਗੇ। ਸੋ ਤਕਰੀਬਨ 3 ਕਿਸਮ ਦੇ ਵੱਖ-ਵੱਖ ਕੈਟੇਗਰੀ ਦੇ ਕੈਟਸ ਨੂੰ ਇੱਕ ਮੂਵਮੈਂਟ ਦੀ ਸ਼ਕਲ ਵਿੱਚ ਪੰਜਾਬ ਪੁਲਿਸ ਨੇ ਤੋਰਿਆ। 1988 ਆਉਂਦਿਆਂ ਆਪਰੇਸ਼ਨ ਬਲੈਕ ਥੰਡਰ ਇੱਕ ਬਹੁਤ ਵੱਡਾ ਆਪਰੇਸ਼ਨ ਸੀ ਜਿਸ ਵਿੱਚ ਕਿ KPS ਗਿੱਲ ਤੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ। 1984 ਦੇ ਬਲੂ ਸਟਾਰ ਆਪਰੇਸ਼ਨ ਤੋਂ ਬਿਲਕੁਲ ਵੱਖ ਸੀ, ਇੱਕ ਲੋਕਲ ਲੈਵਲ ਤੇ ਮੈਨੇਜ ਕੀਤਾ ਗਿਆ ਆਪਰੇਸ਼ਨ ਸੀ ਜਿਸ ਦੇ ਵਿੱਚ ਕਿ ਬਹੁਤ ਸੇ ਐਸੇ ਜੋ ਵੱਖਵਾਦੀ ਸਨ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਕੱਠਾ ਹੋ ਚੁੱਕੇ ਸਨ। ਇੱਕ ਜਮਾਵੜਾ ਇਕੱਠਾ ਹੋ ਗਿਆ ਸੀ, ਹਥਿਆਰਬੰਦੀ ਜਿਹੜੀ ਹੈ ਉੱਥੇ ਕਰ ਲਈ ਗਈ ਸੀ, ਨਾਕੇਬੰਦੀ ਹੋ ਚੁੱਕੀ ਸੀ, ਲੇਕਿਨ ਉਸ ਤੋਂ ਬਾਅਦ ਵੀ ਬਹੁਤ ਘੱਟ ਨੁਕਸਾਨ ਦੇ ਚੱਲਦੇ ਇਸ ਆਪਰੇਸ਼ਨ ਬਲੈਕ ਥੰਡਰ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਵਿੱਚ ਬਹੁਤ ਸੇ ਐਸੇ ਜਿਹੜੇ ਅਨਸਰ ਕਾਬੂ ਕੀਤੇ ਗਏ ਜਿਨ੍ਹਾਂ ਤੋਂ ਬਹੁਤ ਹੀ ਇੰਪੋਰਟੈਂਟ ਖੁਫੀਆ ਜਿਹੜੀ ਜਾਣਕਾਰੀ ਸੀ ਉਹ ਪੁਲਿਸ ਤੇ ਸਿਕਿਉਰਿਟੀ ਏਜੰਸੀਜ਼ ਨੂੰ ਮਿਲਣੀ ਸ਼ੁਰੂ ਹੋਈ। ਇੱਕ ਬਹੁਤ ਵੱਡਾ ਐਸਾ ਸਕੂਲ ਆਫ ਥਾਟ ਹੈ ਜੋ ਕਿ ਇਹ ਮੰਨਦਾ ਹੈ ਵੀ ਆਪਰੇਸ਼ਨ ਬਲੈਕ ਥੰਡਰ ਇੱਕ ਸਟੇਜ ਮੈਨੇਜ ਆਪਰੇਸ਼ਨ ਸੀ, ਯਾਨੀ ਕਿ ਇਸ ਨੂੰ ਭਾਰਤ ਦੀ ਸਿਕਿਉਰਿਟੀ ਏਜੰਸੀਆਂ ਨੇ ਖੁਦ ਹੀ ਸਟੇਜ ਮੈਨੇਜ ਕੀਤਾ ਕਿਉਂਕਿ ਇसी ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ
ਪਾਕਿਸਤਾਨ ਦੀ ਇੱਕ ਜਿਹੜੀ ਪ੍ਰੋਕਸੀ ਵਾਰ ਸੀ ਭਾਰਤ ਦੇ ਖਿਲਾਫ, ਜਿਸ ਦੇ ਵਿੱਚ ਪੰਜਾਬ ਦੀ ਵੱਖਵਾਦ ਦੀ ਮੂਵਮੈਂਟ ਨੂੰ ਵਰਤਿਆ ਜਾਣਾ ਸੀ, ਉਸ ਨੂੰ ਲੈ ਕੇ ਗੱਲਬਾਤ ਤੇਜ਼ ਹੁੰਦੀ ਨਜ਼ਰ ਆਈ। ਸੋ ਕੀ ਭਾਰਤ ਦੀਆਂ ਏਜੰਸੀਆਂ ਨੇ ਆਪਰੇਸ਼ਨ ਬਲੈਕ ਥੰਡਰ ਜਾਂ ਉਸ ਤੋਂ ਬਾਅਦ ਜਿਹੜੇ ਵੀ ਸਿੱਟੇ ਉਸ ਦੇ ਨਿਕਲੇ, ਉਸ ਦੀ ਆੜ ਦੇ ਵਿੱਚ ਪਾਕਿਸਤਾਨ ਨੂੰ ਪ੍ਰੋਕਸੀ ਵਾਰ ਲਈ ਟਾਰਗੇਟ ਕੀਤਾ? ਇਹ ਸਵਾਲ ਨੰਬਰ 1 ਸੀ। ਲੇਕਿਨ ਇਹ ਤੈਅ ਸੀ ਵੀ ਆਪਰੇਸ਼ਨ ਬਲੈਕ ਥੰਡਰ ਇੱਕ ਬਹੁਤ ਕਾਮਯਾਬ ਆਪਰੇਸ਼ਨ ਸੀ ਤੇ ਸਮਝਿਆ ਜਾਂਦਾ ਵੀ ਬਹੁਤ ਥੇ ਸੈਂਕੜਾਂ ਦੀ ਗਿਣਤੀ ਵੀ ਜਿਹੜੇ ਲੋਕ ਕਾਬੂ ਕੀਤੇ ਗਏ ਸਨ। ਉਹਨਾਂ ਚੋਂ ਕਈ ਲੋਕਾਂ ਦੀ ਇੰਟੈਰੋਗੇਸ਼ਨ ਦੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੀ ਜਿਹੜੀ ਗੱਲਬਾਤ ਜਾਂ ਪਾਕਿਸਤਾਨ ਦੀ ਪਿਛਲੇ ਪੱਧਰ ਤੋਂ ਕੀਤੀ ਜਾ ਰਹੀ ਮਦਦ, ਜੋ ਕਿ ਪਾਕਿਸਤਾਨ ਨੇ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਨਹੀਂ ਸੀ ਕੀਤੀ, ਉਹ ਹੁਣ ਉਸ ਦਾ ਜਿਹੜਾ ਆਧਾਰ ਹੈ ਉਹ ਪਤਾ ਲੱਗਣਾ ਸ਼ੁਰੂ ਹੋ ਚੁੱਕਾ ਸੀ। ਲੇਕਿਨ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਸਾਲ 1988 ਤੋਂ ਲੈ ਕੇ ਸਾਲ 1999 ਤੱਕ ਦਾ ਸਾਲ ਵੀ ਕਾਫੀ ਅਹਿਮ ਸਾਲ ਸੀ, ਕਿਉਂਕਿ ਇਸ ਦੌਰਾਨ ਪੁਲਿਸ ਨੇ ਆਪਣੀ ਪੂਰੇ ਮੋਡਸ ਆਪਰੈਂਡੀ ਜਾਂ ਕੰਮ ਕਰਨ ਦੇ ਤਰੀਕੇ ਨੂੰ ਬਦਲ ਲਿਆ ਸੀ ਤੇ ਪੁਲਿਸ ਨੂੰ ਹੁਣ ਸੰਸਾਧਨਾਂ ਦੇ ਪੱਖੋਂ ਵੀ ਕਾਫੀ ਜ਼ਿਆਦਾ ਮਦਦ ਮਿਲਣੀ ਸ਼ੁਰੂ ਹੋ ਚੁੱਕੀ ਸੀ। ਇਹ ਵੀ ਦੱਸ ਦੇਈਏ ਵੀ ਇਹ ਵਕਤ ਸੀ ਜਦੋਂ ਕਿ KPS ਗਿੱਲ ਨੇ ਪੰਜਾਬ ਪੁਲਿਸ ਦੀ ਕਮਾਨ ਆਪਣੇ ਹੱਥ ਲੈ ਚੁੱਕੇ ਸਨ। ਸੋ KPS ਗਿੱਲ ਦੇ ਕੰਮ ਕਰਨ ਦਾ ਤਰੀਕਾ, ਜੋ ਕਿ ਇੱਕ ਬਹੁਤ ਵਿਵਾਦਿਤ ਤਰੀਕਾ ਰਿਹਾ ਹੈ, ਜਿਸ ਦੇ ਵਿੱਚ ਹੀ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਕੋਈ ਵੀ ਰਿਸਪੈਕਟ ਨਹੀਂ ਸੀ, ਕੋਈ ਵੀ ਇੱਜ਼ਤ ਨਹੀਂ ਸੀ। ਲੇਕਿਨ KPS ਗਿੱਲ ਨੇ ਆਪਣੇ ਪੁਲਿਸ ਦੇ ਮੋਰਾਲ ਜਾਂ ਮਨੋਬਲ ਨੂੰ ਕਦੇ ਡਿੱਗਣ ਨਹੀਂ ਦਿੱਤਾ ਤੇ ਕੇਂਦਰ ਵਿੱਚੋਂ ਉਹ ਸੰਸਾਧਨਾਂ ਨੂੰ ਲਿਆਉਣ ਵਿੱਚੋਂ ਕਾਮਯਾਬ ਰਹੇ, ਜੋ ਕਿ ਪਹਿਲਾਂ ਪੰਜਾਬ ਪੁਲਿਸ ਕੋਲ ਨਹੀਂ ਸੀ ਹੋਇਆ ਕਰਦੇ। ਸੋ ਪੰਜਾਬ ਦੇ ਜਿਹੜੇ ਕੈਟ ਸਿਸਟਮ ਦੀ ਜਿਹੜਾ ਕਾਫੀ ਹੱਦ ਤੱਕ ਜਿਹੜਾ ਉਭਾਰ ਹੋਇਆ ਜਾਂ ਇਸ ਸਿਸਟਮ ਦੇ ਵਿੱਚ ਜਿਹੜੀ ਹੋਰ ਸੋਫਿਸਟੀਕੇਸ਼ਨ ਆਈ, ਉਹ ਇਸ ਦੌਰ ਤੋਂ ਬਾਅਦ ਆਈ। ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ KPS ਗਿੱਲ ਪੰਜਾਬ ਦੇ ਹੱਥ ਉਹਨਾਂ ਦੀ ਕਮਾਨ ਤੇ ਫਿਰ ਉਸ ਵਕਤ ਉਹ ਸੀਕ੍ਰੇਟ ਫੰਡਸ ਜੋ ਕਿ ਕੇਂਦਰ ਵੱਲੋਂ ਲਗਾਤਾਰ ਦਿੱਤੇ ਜਾਣ ਲੱਗੇ। ਸਾਲ 1999 ਤੋਂ ਲੈ ਕੇ 1991 ਤੱਕ ਦਾ ਸਮਾਂ ਇੱਕ ਐਸਾ ਫੇਜ਼ ਸੀ ਜੋ ਕਿ ਇਸ ਕੈਟ ਮੂਵਮੈਂਟ ਲਈ ਇੱਕ ਨਿਰਣਾਇਕ ਫੇਜ਼ ਸੀ ਤੇ ਇਹ ਉਹ ਫੇਜ਼ ਸੀ ਜੋ ਕਿ ਪੰਜਾਬ ਦੇ ਵਿੱਚ ਵੱਖਵਾਦ ਦੀ ਲਹਿਰ ਨੂੰ ਡੈਂਟ ਪਾਉਣ ਦੇ ਪੱਖੋਂ ਵੀ ਸਭ ਤੋਂ ਅਹਿਮ ਸਾਲ ਮੰਨੇ ਜਾਂਦੇ ਨੇ। ਇਹ ਉਹ 3 ਸਾਲ ਸਨ, ਯਾਨੀ ਕਿ 1999, 1990 ਤੇ 1991, ਜਦੋਂ ਕਿ ਪੰਜਾਬ ਪੁਲਿਸ ਦੀ ਜਿਹੜੀ ਵੱਖਵਾਦੀਆਂ ਨਾਲ ਜਾਂ ਖਾੜਕੂ ਲਹਿਰ ਸੀ, ਉਸ ਦੇ ਨਾਲ ਲੜਾਈ ਦਾ ਸਰੂਪ ਪੂਰੇ ਤਰੀਕੇ ਨਾਲ ਬਦਲਣ ਜਾ ਰਿਹਾ ਸੀ ਤੇ ਬਦਲ ਰਿਹਾ ਸੀ। 1999 ਆਉਂਦਿਆਂ ਪੰਜਾਬ ਦੇ ਵਿੱਚ ਖਾੜਕੂਵਾਦ ਤੇ ਅਲਗਾਵਵਾਦ ਜਾਂ ਵੱਖਵਾਦ ਦੀ ਜਿਹੜੀ ਲਹਿਰ ਸੀ, ਉਸ ਦੀ ਕ੍ਰਿਮੀਨਲਾਈਜੇਸ਼ਨ ਸ਼ੁਰੂ ਹੋਈ ਤੇ ਉਸੇ ਵਕਤ ਇਸ ਵੱਖਵਾਦ ਤੇ ਖਾੜਕੂਵਾਦ ਨੂੰ ਦਹਿਸ਼ਤਗਰਦੀ ਜਾਂ ਅੱਤਵਾਦ ਦਾ ਨਾਂ ਮਿਲਣਾ ਸ਼ੁਰੂ ਹੋਇਆ। ਇਹੀ ਉਹ ਸਮਾਂ ਸੀ ਜਦੋਂ ਕਿ ਖਾੜਕੂਆਂ ਅਤੇ ਵੱਖਵਾਦੀਆਂ ਦੇ ਵਿੱਚ ਬਹੁਤ ਸੇ ਕ੍ਰਿਮੀਨਲ ਅੰਸਰ ਵੀ ਸ਼ਾਮਲ ਹੋਣੇ ਸ਼ੁਰੂ ਹੋ ਗਏ ਸਨ। ਲਗਭਗ ਇਹੀ ਹਾਲਤ ਪੰਜਾਬ ਪੁਲਿਸ ਦੀ ਵੀ ਸੀ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਪੰਜਾਬ ਪੁਲਿਸ ਨੇ ਕ੍ਰਿਮੀਨਲਸ ਦਾ ਸਾਥ ਪਹਿਲਾਂ ਹੀ 1986 ਦੇ ਵਕਤ ਤੋਂ ਹੀ ਫੜ ਲਿਆ ਸੀ ਜਾਂ ਉਹਨਾਂ ਦਾ ਸਾਥ ਪਹਿਲਾਂ ਤੋਂ ਹੀ ਲੈਣਾ ਸ਼ੁਰੂ ਕਰ ਲਿਆ ਸੀ ਬਤੌਰ ਇੱਕ ਨੀਤੀ। ਲੇਕਿਨ 1999 ਤੇ 90 ਆਉਂਦਿਆਂ ਆਪਣੇ ਕਾਡਰ ਤਿਆਰ ਕੀਤੇ ਜਾਣ ਲੱਗੇ ਤੇ ਇੱਕ ਬਹੁਤ ਹੀ ਪਿਨ ਪੁਆਇੰਟ ਪ੍ਰੈਸੀਸ਼ਨ ਦੇ ਨਾਲ ਵੱਖਵਾਦੀਆਂ ਦੀ ਨਿਸ਼ਾਨਦੇਹੀ ਤੇ ਉਹਨਾਂ ਨੂੰ ਐਲੀਮੀਨੇਟ ਕਰਨ ਲਈ ਜਿਹੜੇ ਵੀ ਕ੍ਰਿਮੀਨਲ ਐਲੀਮੈਂਟਸ ਸਨ ਜਾਂ ਵੀ ਆਪਣੇ ਪਾਲੇ ਹੋਏ ਜਿਹੜੇ ਕੈਟਸ ਸਨ ਜਾਂ ਫਿਰ ਉਹ ਜਿਹੜੇ ਵੱਖਵਾਦੀ ਜੋ ਕਿ ਪੁਲਿਸ ਦੇ ਨਾਲ ਰਲ ਚੁੱਕੇ ਸਨ, ਉਹਨਾਂ ਨੂੰ ਇੱਕ ਮਾਡਲ ਦੇ ਰੂਪ ਵਿੱਚ ਵਰਤ ਕੇ ਪੰਜਾਬ ਪੁਲਿਸ ਨੇ ਆਪਣੀ ਮੁਹਿੰਮ ਨੂੰ ਵੱਖਵਾਦ ਦੇ ਖਿਲਾਫ ਜਾਂ ਇਸ ਵਕਤ ਜੋ ਦਹਿਸ਼ਤਵਾਦ ਸ਼ੁਰੂ ਹੋ ਚੁੱਕਾ ਸੀ ਉਸ ਦੇ ਖਿਲਾਫ ਅੱਗੇ ਤੋਰਿਆ। ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਢਾਹ ਵੱਖਵਾਦੀ ਮੂਵਮੈਂਟ ਜਾਂ ਖਾੜਕੂਵਾਦ ਨੂੰ ਲੱਗੀ, ਉਹ ਇਹਨਾਂ 3 ਸਾਲਾਂ ਦੇ ਵਿੱਚ ਲੱਗੀ, ਜਦੋਂ ਕਿ ਕ੍ਰਿਮੀਨਲਾਈਜੇਸ਼ਨ ਹੋ ਗਈ, ਅਪਰਾਧੀਕਰਨ ਉਸ ਮੂਵਮੈਂਟ ਦਾ ਹੋ ਗਿਆ। ਆਈਡੀਓਲੋਜੀਕਲ ਜਾਂ ਵਿਚਾਰਧਾਰਕ ਪੱਧਰੋਂ ਬਹੁਤ ਸੇ ਐਸੇ ਵੱਖਵਾਦੀਆਂ ਨੂੰ ਇਹ ਕਲੀਅਰ ਨਹੀਂ ਸੀ ਕਿ ਉਹ ਚਾਹੁੰਦੇ ਕੀ ਸਨ। ਸੋ ਬਹੁਤ ਸੇ ਐਸੇ ਨੌਜਵਾਨ ਜਾਂ ਬਹੁਤ ਸੇ ਐਸੇ ਅਪਰਾਧਿਕ ਅੰਸਰ ਜਿਹੜੇ ਕਿ ਵਿਹਲੇ ਸਨ, ਜਿਹੜੇ ਕਿ ਬੇਰੁਜ਼ਗਾਰ ਸਨ ਤੇ ਜਿਨ੍ਹਾਂ ਨੂੰ ਕਲਾਸ਼ਨਿਕੋਵ ਜਾਂ AK-47 ਰਾਈਫਲਾਂ ਚਮਕਾ ਕੇ ਤੇ ਮਹੀਨੇ ਦੀ ਇੱਕ ਤਨਖਾਹ ਹਾਸਲ ਕਰਕੇ ਵੀ ਵੱਖਵਾਦੀ ਜਿਹੜੀ ਜਥੇਬੰਦੀਆਂ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਸੀ, ਉਹਨਾਂ ਨੇ ਅੰਨ੍ਹੇਵਾਹ ਜਿਹੜੀ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਤਾ। ਇਹੀ ਉਹ ਮੌਕਾ ਸੀ ਜਦੋਂ ਕਿ ਪੁਲਿਸ ਦੀਆਂ ਕੈਜੂਅਲਟੀਜ਼ ਵੀ ਲਗਾਤਾਰ ਵੱਧਦੀਆਂ ਗਈਆਂ। ਬੇਸ਼ੱਕ ਪੁਲਿਸ ਦਾ ਜਿਹੜਾ ਖੁਫੀਆ ਤੰਤਰ ਸੀ ਜਾਂ ਮਨੁੱਖੀ ਇੰਟੈਲੀਜੈਂਸ ਦਾ ਇੱਕ ਢਾਂਚਾ ਸੀ, ਉਹ ਮਜ਼ਬੂਤ ਹੋ ਰਿਹਾ ਸੀ। ਉਹਨਾਂ ਦੇ ਕੈਟਸ ਜਾਂ ਉਹਨਾਂ ਦੇ ਆਪਰੇਸ਼ਨਸ ਦੇ ਪੱਖੋਂ ਇੱਕ ਕਾਫੀ ਵਿਲੱਖਣਤਾ ਆ ਰਹੀ ਸੀ। ਇੰਟੈਲੀਜੈਂਸ ਲਈ ਜਾਂ ਸੀਕ੍ਰੇਟ ਫੰਡਸ ਦੀ ਜਿਹੜੀ ਉਪਲਬਧਤਾ ਸੀ, ਉਸ ਨੂੰ ਵੀ ਬਹੁਤ ਜ਼ਿਆਦਾ ਉੱਚਾ ਕਰ ਲਿਆ ਗਿਆ ਸੀ ਜਾਂ ਉਸ ਦਾ ਪੱਧਰ ਬਹੁਤ ਉੱਤੇ ਆ ਚੁੱਕਾ ਸੀ। ਲੇਕਿਨ ਸਾਲ 1999, 90 ਤੇ 91 ਕਾਫੀ ਜ਼ਿਆਦਾ ਖੂਨੀ ਸਾਲ ਸਾਬਤ ਹੋਏ ਪੰਜਾਬ ਪੁਲਿਸ ਲਈ ਵੀ ਤੇ ਦਹਿਸ਼ਤਗਰਦਾਂ ਲਈ ਵੀ। ਲੇਕਿਨ ਸਾਲ 1990 ਤੇ 91 ਆਉਂਦਿਆਂ ਪੰਜਾਬ ਪੁਲਿਸ ਨੂੰ ਜਿਹੜੇ ਹੋਣ ਵਾਲੇ ਨੁਕਸਾਨ ਸਨ, ਉਹ ਬਹੁਤ ਜ਼ਿਆਦਾ ਵੱਧ ਚੁੱਕੇ ਸਨ। ਵੱਖਵਾਦੀ ਜਾਂ ਖਾੜਕੂਆਂ ਵੱਲੋਂ ਮਾਰੇ ਗਏ ਸਿਵਿਲੀਅਨਸ ਜਾਂ ਪੁਲਿਸ ਕੈਜੂਅਲਟੀ ਦੇ ਉੱਤੇ ਜੇ ਇੱਕ ਨਜ਼ਰ ਇਹਨਾਂ 4 ਸਾਲਾਂ ਉੱਤੇ ਪਾਤੀ ਜਾਵੇ, ਉਸ ਨਜ਼ਰਸਾਨੀ ਵਿੱਚ ਹਾਸਲ ਜਾਂ ਸਾਹਮਣੇ ਇਹ ਆਉਂਦਾ ਹੈ ਵੀ ਸਾਲ 1988 ਦੇ ਵਿੱਚ 1949 ਲੋਕਾਂ ਨੂੰ ਮਾਰਤਾ ਗਿਆ ਸੀ, ਜਿਸ ਵਿੱਚ ਕਿ ਸਿਵਿਲੀਅਨ ਤੇ ਪੁਲਿਸ ਕੈਜੂਅਲਟੀ ਸਨ। ਇਸ ਤੋਂ ਇਲਾਵਾ 1176 ਲੋਕਾਂ ਨੂੰ 1999 ਦੇ ਵਿੱਚ ਮਾਰਿਆ ਗਿਆ। 1990 ਵਿੱਚ ਇਹ ਆંકੜਾ ਵੱਧ ਕੇ 2437 ਹੋ ਚੁੱਕਾ ਸੀ ਤੇ 1991 ਆਉਂਦਿਆਂ 2618 ਜਿਹੜੇ ਲੋਕ ਹੈ ਉਹ ਮਾਰੇ ਜਾ ਚੁੱਕੇ ਸਨ। ਸੋ ਤੁਸੀਂ ਵੇਖਿਆ ਵੀ 1988, 1999, 90 ਤੇ 91 ਦੇ ਉਹ ਸਾਲ ਜੋ ਕਿ ਪੰਜਾਬ ਦੇ ਵਿੱਚ ਸਿਵਿਲੀਅਨ ਮੌਤਾਂ ਦੇ ਪੱਖੋਂ ਬਹੁਤ ਜ਼ਿਆਦਾ
ਮਹੱਤਵਪੂਰਨ ਸਨ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ, ਇਹ ਉਹ ਸਮਾਂ ਸੀ ਜਦੋਂ ਕਿ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਰਿਕਰੂਟਮੈਂਟ ਹੈ ਵੱਖਵਾਦ ਜਾਂ ਖਾੜਕੂਵਾਦ ਦੀ ਲਹਿਰ ਦੇ ਵਿੱਚ, ਉਸ ਦੇ ਵਿੱਚ ਬਹੁਤ ਸੇ ਅਪਰਾਧੀ ਆ ਗਏ, ਬਹੁਤ ਸੇ ਐਸੇ ਅਨਕੰਟਰੋਲਡ ਜਾਂ ਇਨਡਿਸਪਲਿਨਡ ਐਲੀਮੈਂਟ ਆ ਚੁੱਕੇ ਸਨ, ਜਿਨ੍ਹਾਂ ਵਿੱਚ ਅਪਰਾਧੀ ਵੀ ਸ਼ਾਮਲ ਸਨ, ਬੇਰੁਜ਼ਗਾਰ ਨੌਜਵਾਨ ਵੀ ਸ਼ਾਮਲ ਸਨ। ਇੱਕ ਕਹਿ ਸਕਦੇ ਹਾਂ ਵੀ ਇੱਕ ਐਸਾ ਦੌਰ ਸੀ ਜਿਸ ਦੇ ਵਿੱਚ ਕਿ AK-47 ਨੂੰ ਲੈ ਕੇ ਤੁਰਿਆ ਜਾਂਦਾ ਸੀ ਤੇ ਪਿੰਡਾਂ ਦੇ ਵਿੱਚੋਂ ਡੋਨੇਸ਼ਨਾਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ। ਇਹ ਉਹ ਸਮਾਂ ਸੀ ਜਦੋਂ ਕਿ ਵੱਖਵਾਦ ਜਾਂ ਖਾੜਕੂਵਾਦ ਨੂੰ ਸਪੋਰਟ ਕਰਨ ਵਾਲੀ ਲਹਿਰ, ਜੋ ਕਿ ਜ਼ਿਆਦਾਤਰ ਵਿਦੇਸ਼ਾਂ ਵਿੱਚੋਂ ਸ਼ੁਰੂ ਤੋਂ ਹੀ ਚੱਲਦੀ ਆਈ ਹੈ, ਅੱਜ ਵੀ ਵਿਦੇਸ਼ਾਂ ਵਿੱਚੋਂ ਹੀ ਇਸ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਨੇ, ਉਸ ਦੇ ਵਿੱਚ ਕਾਫੀ ਜ਼ਿਆਦਾ ਨਿਗਾਰ ਆ ਚੁੱਕਾ ਸੀਗਾ। ਤਾਂ ਫੰਡਿੰਗ ਪੱਖੋਂ ਵੀ ਇੱਕ ਲੋੜ ਮਹਿਸੂਸ ਹੋ ਰਹੀ ਸੀ ਉਸ ਵਕਤ, ਜਦੋਂ ਕਿ ਪਿੰਡਾਂ ਵਿੱਚ ਜਾ ਕੇ ਇੱਕ ਬਹੁਤ ਵੱਡਾ ਕਾਡਰ ਸੀ, ਗਰਾਊਂਡ ਸਵੈਲ ਸੀ ਕ੍ਰਿਮੀਨਲਸ ਦਾ, ਨੌਜਵਾਨਾਂ ਦਾ, ਬੇਰੁਜ਼ਗਾਰਾਂ ਦਾ, ਤੇ ਇਸ ਦੇ ਨਾਲ ਹੀ ਉਹਨਾਂ ਨੂੰ ਹਵਾ ਦੇਣ ਲਈ ਵੱਖਵਾਦੀ ਤੇ ਖਾੜਕੂ ਜਿਹੜੇ ਅਨਸਰ ਉਹ ਬੈਠੇ ਸਨ। ਉਸ ਦੇ ਵਿੱਚ ਇੱਕ ਐਸੀ ਫੋਰਸ ਤਿਆਰ ਹੋ ਗਈ ਸੀ ਪੁਲਿਸ ਨਾਲ ਲੜਨ ਵਾਲੀ, ਜੋ ਕਿ ਡਿਸਿਪਲਿਨ ਨਹੀਂ ਸੀ, ਜਿਸ ਨੂੰ ਇਹ ਨਹੀਂ ਸੀ ਪਤਾ ਵੀ ਉਸਦਾ ਮੰਤਵ ਕੀ ਹੈ, ਜਿਸ ਨੂੰ ਇਹ ਨਹੀਂ ਸੀ ਪਤਾ ਵੀ ਉਸਨੇ ਅਚੀਵ ਕੀ ਕਰਨਾ ਹੈ। ਉਸ ਹਾਲਾਤਾਂ ਦੇ ਵਿੱਚ ਅੰਨ੍ਹੇਵਾਹ ਜਿਹੜੀ ਵਾਰਦਾਤਾਂ ਕੀਤੀਆਂ ਗਈਆਂ ਅੰਜਾਮ, ਉਹਦਾ ਹੀ ਨਤੀਜਾ ਸੀ ਵੀ 1990 ਤੇ 91 ਆਉਂਦਿਆਂ ਬਹੁਤ ਜ਼ਿਆਦਾ ਮੌਤਾਂ ਦੇ ਵਿੱਚ ਇਜ਼ਾਫਾ ਹੋ ਚੁੱਕਿਆ ਸੀ ਤੇ ਸਿਵਲੀਅਨ ਜਿਹੜੀਆਂ ਮੌਤਾਂ ਲਗਾਤਾਰ ਵੱਧ ਰਹੀਆਂ ਸਨ। ਪੁਲਿਸ ਕੈਜੁਅਲਟੀਜ਼ ਵੀ ਟ੍ਰਿਪਲ ਹੋ ਗਈਆਂ, ਕਿਉਂਕਿ ਦੱਸਿਆ ਜਾਣਾ ਜ਼ਰੂਰੀ ਹੈ ਵੀ ਜਦੋਂ ਪੁਲਿਸ ਵੱਲੋਂ ਆਪਣੇ ਕੈਟਸ ਦੇ ਜਿਹੜੇ ਮੋਡਿਊਲਸ ਨੂੰ ਸਕਰੀਏ ਕੀਤਾ ਗਿਆ ਜਾਂ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ, ਤੇ ਉਹਨਾਂ ਦੇ ਜ਼ਰੀਏ ਜਿਹੜੀ ਟੌਪ ਲੀਡਰਸ਼ਿਪ ਸੀ ਉਸ ਨੂੰ ਟਾਰਗੇਟ ਕੀਤਾ ਜਾਣਾ ਸ਼ੁਰੂ ਕਰਤਾ ਗਿਆ ਸੀ। 1999 ਤੱਕ ਪੰਜਾਬ ਪੁਲਿਸ ਨੇ ਬਹੁਤ ਸੀ ਜਿਹੜੀਆਂ ਐਸੀਆਂ ਜਥੇਬੰਦੀਆਂ ਸਨ, ਉਹਨਾਂ ਦੇ ਜਿਹੜੇ ਟੌਪ ਲੀਡਰ ਸੀ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਜਾਂ ਤਾਂ ਐਲੀਮੀਨੇਟ ਕੀਤਾ ਜਾਂ ਨਿਊਟਰਲਾਈਜ਼ ਕਰਤਾ ਸੀਗਾ। ਇੱਕ ਹੋਰ ਜਿਹੜਾ ਜ਼ਿਕਰ ਇੱਥੇ ਬਣਦਾ ਹੈ ਉਸ ਪੰਥਕ ਕਮੇਟੀ ਦਾ ਬਣਦਾ, ਜੋ ਕਿ 1984 ਤੋਂ ਬਾਅਦ ਉੱਭਰੀ ਸੀ ਤੇ ਆਪਰੇਸ਼ਨ ਜਿਹੜਾ ਬਲੈਕ ਥੰਡਰ ਸੀ ਉਸ ਤੱਕ ਪਹੁੰਚਦਿਆਂ ਇਸ ਪੰਥਕ ਜਿਹੜੀ ਕਮੇਟੀ, ਜਿਸਨੇ ਕਿ ਇੱਕ ਵੱਖ ਖਾਲਿਸਤਾਨ ਦੀ ਵੀ ਗੱਲਬਾਤ ਕਰਤੀ ਸੀ, ਇਸ ਪੰਥਕ ਕਮੇਟੀ ਨੂੰ ਵੀ ਖੋਰਾ ਲੱਗ ਚੁੱਕਾ ਸੀ, ਇਸ ਦੇ ਅਲੱਗ-ਅਲੱਗ ਧੜੇ ਬਣ ਚੁੱਕੇ ਸੀ ਤੇ ਉਹਨਾਂ ਨੇ ਵੀ ਇੱਕ ਵੱਖਵਾਦ ਤੇ ਖਾੜਕੂਵਾਦ ਦਾ ਇੱਕ ਜਿਹੜਾ ਸਰੂਪ ਸੀ ਉਹ ਹਾਸਲ ਕਰ ਲਿਆ ਸੀਗਾ। ਇਸ ਪੰਥਕ ਕਮੇਟੀ ਦੇ ਵੀ ਬਹੁਤ ਸੇ ਜਿਹੜੇ ਲੀਡਰ ਸਨ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਨਿਊਟਰਲਾਈਜ਼ ਕੀਤਾ ਗਿਆ। ਲੇਕਿਨ 1999 ਤੇ 90 ਦੇ ਉਸ ਦੌਰ ਦੇ ਵਿੱਚ ਜਦੋਂ ਪੁਲਿਸ ਐਕਸ਼ਨ ਜਾਂ ਪੁਲਿਸ ਦੇ ਜਿਹੜੇ ਕੈਟਸ ਜਾਂ ਮੁਖਬਰਾਂ ਜਾਂ ਫਿਰ ਇਨਫਾਰਮਰਸ ਜਾਂ ਖੁਫੀਆ ਤੰਤਰ ਦਾ ਸਦਕਾ ਜਦੋਂ ਵੱਡੇ ਲੀਡਰ ਟਾਰਗੇਟ ਹੋਣੇ ਸ਼ੁਰੂ ਹੋਏ ਜਾਂ ਇੱਕ ਮਿਡਲ ਰੰਗ ਦੀ ਲੀਡਰਸ਼ਿਪ ਨੂੰ ਵੀ ਕੁਝ ਹੱਦ ਤੱਕ ਟਾਰਗੇਟ ਕੀਤਾ ਗਿਆ, ਉਸ ਵਕਤ ਫਿਰ ਇੱਕ ਬੈਕਲੈਸ਼ ਦੇ ਤੌਰ ਤੇ ਬਹੁਤ ਸੇ ਪੁਲਿਸ ਜਿਹੜੇ ਅਧਿਕਾਰੀ ਜਾਂ ਅਫਸਰਾਂ ਜਾਂ ਪੁਲਿਸ ਦੇ ਪਰਿਵਾਰ ਸਨ ਉਹਨਾਂ ਨੂੰ ਵੱਖਵਾਦੀ ਅਨਸਰਾਂ ਵੱਲੋਂ ਜਾਂ ਦਹਿਸ਼ਤਗਰਦਾਂ ਵੱਲੋਂ, ਉਸ ਵਕਤ ਕਿਉਂਕਿ ਇਹ ਜਿਹੜੀ ਮੂਵਮੈਂਟ ਸੀ ਇਹ ਖਾੜਕੂਵਾਦ ਤੇ ਅਲਗਾਵਵਾਦ ਤੋਂ ਜਾਂ ਵੱਖਵਾਦ ਤੋਂ ਇੱਕ ਦਹਿਸ਼ਤਗਰਦੀ ਦਾ ਰੂਪ ਅਖਤਿਆਰ ਕਰ ਚੁੱਕੀ ਸੀ। ਉਸ ਵਕਤ ਇਸ ਦਹਿਸ਼ਤਗਰਦੀ ਦੀ ਮੂਵਮੈਂਟ ਦੇ ਵਿੱਚ ਬਹੁਤ ਸੇ ਪੁਲਿਸ ਪਰਿਵਾਰਾਂ ਨੂੰ ਮਾਰ ਮੁਕਾਇਆ ਗਿਆ ਤੇ ਇਹੀ ਉਹ ਸਮਾਂ ਸੀ ਜਦੋਂ ਕਿ ਪੰਜਾਬ ਦੀ ਜਿਹੜੀ ਲੜਾਈ ਸੀ ਉਸਨੇ ਇੱਕ ਨਵਾਂ ਮੋੜਾ ਲੈਣਾ ਸੀ। ਇਸ ਮੋੜੇ ਦਾ ਇੱਕ ਵੱਡਾ ਕਾਰਨ ਪੰਜਾਬ ਦੇ ਸਥਾਨਕ ਫੈਕਟਰ ਨਹੀਂ ਸਨ, ਬਲਕਿ ਦੇਸ਼ ਦੇ ਵਿੱਚ ਇੱਕ ਜਿਹੜੀ ਆਬੋ ਹਵਾ ਸਿਆਸੀ ਸੀ ਉਸ ਦੇ ਵਿੱਚ ਆਇਆ ਬਦਲਾਅ ਸੀਗਾ। VP ਸਿੰਘ ਦੀ ਸਰਕਾਰ ਤੇ ਫਿਰ ਚੰਦਰ ਸ਼ੇਖਰ ਦੀ ਸਰਕਾਰ, ਇਹ ਦੋਵੇਂ ਪ੍ਰਧਾਨ ਮੰਤਰੀ ਦੇਸ਼ ਦੇ ਬਣੇ ਤੇ ਇਹਨਾਂ ਦੋਵਾਂ ਨੇ ਪੰਜਾਬ ਦੀ ਸਮੱਸਿਆ ਨੂੰ ਆਪਣੇ ਤਰੀਕੇ ਨਾਲ ਨਜਿੱਠਣ ਲਈ ਕੁਝ ਨਵੇਂ ਜਿਹੜੇ ਐਕਸ਼ਨ ਸਨ ਉਹ ਕਰਨੇ ਚਾਹੇ। ਉਸ ਤੋਂ ਬਾਅਦ ਨਰਸਿਮਹਾ ਰਾਓ ਦੀ ਸਰਕਾਰ ਆਈ। ਸੋ ਤਿੰਨ ਪ੍ਰਧਾਨ ਮੰਤਰੀ ਲਗਭਗ 2 ਜਾਂ 2.5 ਸਾਲਾਂ ਦੇ ਵਕਫੇ ਦੇ ਵਿੱਚ ਜਦੋਂ ਬਦਲ ਜਾਂਦੇ ਨੇ, ਉਸ ਵਕਤ ਜਿਹੜੀ ਸਥਿਤੀ ਹੈ ਉਹ ਬਦਲਦੀ ਹੈ ਤੇ ਸਭ ਤੋਂ ਜਿਹੜੀ ਅਹਿਮ ਤੇ ਮਹੱਤਵਪੂਰਨ ਇਹਦੇ 'ਚ ਫੈਕਟਰ ਸੀ ਉਹ ਸੀ ਕਸ਼ਮੀਰ ਦੇ ਹਾਲਾਤ, ਕਿਉਂਕਿ ਲਗਭਗ 1999 ਤੇ 90 ਦੇ ਵਿੱਚ ਹੀ ਕਸ਼ਮੀਰ ਦੇ ਵਿੱਚ ਵੀ ਇੱਕ ਜਿਹੜੀ ਬਗਾਵਤ ਸੀ ਉਹ ਉੱਭਰ ਚੁੱਕੀ ਸੀ ਤੇ ਉੱਥੇ ਵੀ ਦਹਿਸ਼ਤਵਾਦ ਤੇ ਵੱਖਵਾਦ ਨੇ ਇੱਕ ਸਿਰ ਚੁੱਕ ਲਿਆ ਸੀਗਾ। ਉਹ ਜਿਹੜੀ ਅਹਿਮ ਘਟਨਾ ਜਿਸ ਤੋਂ ਬਾਅਦ ਕਿ ਕਸ਼ਮੀਰ ਦੇ ਵਿੱਚ ਹਾਲਾਤ ਵਿਗੜੇ, ਉਹ 1990 ਤੋਂ ਬਾਅਦ ਹੀ ਹਾਲਾਤ ਦੇ ਵਿਗੜਨ ਦਾ ਸਿਲਸਿਲਾ ਸ਼ੁਰੂ ਹੁੰਦਾ ਤੇ ਉਸ ਵਕਤ ਕੇਂਦਰ ਸਰਕਾਰ ਨੂੰ ਇਹ ਚੀਜ਼ ਸਮਝ ਆ ਚੁੱਕੀ ਸੀ ਵੀ ਦੋ ਗਵਾਂਢੀ ਸੂਬੇ ਜਿਸ ਦੇ ਵਿੱਚ ਕਿ ਪੰਜਾਬ ਤੇ ਜੰਮੂ ਕਸ਼ਮੀਰ ਆਪਸ ਦੇ ਵਿੱਚ ਦੋਵਾਂ ਦੇ ਵਿੱਚ ਜੇ ਅਲਗਾਵਵਾਦ ਜਾਂ ਵੱਖਵਾਦ ਦੀ ਲਹਿਰ ਮਜ਼ਬੂਤ ਹੁੰਦੀ ਹੈ ਤਾਂ ਪਾਕਿਸਤਾਨ ਨੂੰ ਇੱਕ ਬਹੁਤ ਵੱਡਾ ਰੂਮ ਮਿਲਦਾ ਖੇਡਣ ਦਾ ਤੇ ਉਹ ਹਾਲਾਤ ਕਦੇ ਵੀ ਭਾਰਤ ਬਰਦਾਸ਼ਤ ਨਹੀਂ ਸੀ ਕਰ ਸਕਦਾ। ਸੋ ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੰਜਾਬ ਦੇ ਵਿੱਚ ਇੱਕ ਆਲਰੇਡੀ ਇੱਕ ਜੰਗ ਜਿਹੜੀ ਸੀ ਜਾਰੀ ਸੀ। ਇਹ ਸਮਝ ਲਈਏ ਵੀ ਪੂਰੇ ਦੇਸ਼ ਦੇ ਵਿੱਚ ਵੱਖਵਾਦ ਦੀ ਇਹ ਪਹਿਲੀ ਐਸੀ ਵਾਇਲੈਂਟ ਤੇ ਆਰਮਡ ਮੂਵਮੈਂਟ ਸੀ ਜਿਸ ਦਾ ਮੁਕਾਬਲਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਰ ਰਹੀ ਸੀ। ਉਸ ਵਕਤ ਇਹ ਲੜਾਈ ਕਾਫੀ ਨਿਰਣਾਇਕ ਫੇਜ਼ ਦੇ ਵਿੱਚ ਸੀ। ਮਨੁੱਖੀ ਇੰਟੈਲੀਜੈਂਸ ਦੇ ਪੱਖੋਂ ਕੈਟ ਦੀ ਮਦਦ ਤੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਕਾਡਰ ਸਨ ਉਹਨਾਂ ਨੂੰ ਲਗਾਤਾਰ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਬਣਾਇਆ ਜਾਣਾ, ਇੱਕ ਪ੍ਰੋਪਰ ਫਰਟਾਈਲ ਗਰਾਊਂਡ ਮੌਜੂਦ ਸੀ। ਪੰਜਾਬ ਦੇ ਵਿੱਚ ਮਨੁੱਖੀ ਇੰਟੈਲੀਜੈਂਸ ਯਾਨੀ ਕਿ ਖੁਫੀਆ ਤੰਤਰ ਦਾ ਇੱਕ ਪੁਖਤਾ ਢਾਂਚਾ ਮੌਜੂਦ ਸੀ। ਕੈਟਸ ਸਿਸਟਮ ਬਹੁਤ ਜ਼ਿਆਦਾ ਪੁਖਤਾ ਹੋ ਚੁੱਕਾ ਸੀ। ਸੰਸਾਧਨਾਂ ਦੇ ਪੱਖੋਂ ਕੋਈ ਕਮੀ ਨਹੀਂ ਸੀ ਤੇ ਹੋਰ ਸੰਸਾਧਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਦੇਤੇ ਸਨ ਤੇ ਪੰਜਾਬ ਪੁਲਿਸ ਦੇ ਜਿਹੜੇ ਪਰਿਵਾਰਾਂ ਦੇ ਲੋਕ ਸਨ ਜੀ ਸਨ ਉਹਨਾਂ ਨੂੰ ਮਾਰਿਆ ਜਾਣਾ, ਇਹ ਕਈ ਫੈਕਟਰ ਇਕੱਠੇ ਹੋਏ ਤੇ ਇਸ ਲੜਾਈ ਦੇ ਵਿੱਚ ਇੱਕ ਅਗਲਾ ਗੇਅਰ ਪਾਉਣ ਦਾ ਮੌਕਾ ਆ ਚੁੱਕਾ ਸੀ ਤੇ ਇਹ ਅਗਲਾ ਗੇਅਰ ਆਉਣ ਵਾਲੇ 2 ਸਾਲਾਂ ਦੇ ਵਿੱਚ ਪੈਣਾ ਸੀ 1990, 91 ਤੇ 92। ਇਹ ਉਹ ਸਟੇਜ ਸੀ ਜਦੋਂ ਕਿ 90 ਤੇ 91 ਦੇ ਵਿੱਚ ਕੈਟ ਸਿਸਟਮ ਜਿਹੜੇ ਸੀ ਉਹ ਹੋਰ ਜ਼ਿਆਦਾ ਪੁਖਤਾ ਤੇ ਮਜ਼ਬੂਤ ਹੋਣ ਲੱਗੇ ਸੀ। ਦੱਸ ਦਈਏ ਵੀ ਉਸ ਵਕਤ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਵੀ ਇੱਕ ਕ੍ਰਿਮੀਨਲ ਐਲੀਮੈਂਟ ਅਪਰਾਧਿਕ ਅੰਸਰ, ਦੂਸਰੇ ਅਤਵਾਦ ਦੇ ਵੱਖਵਾਦ ਜਾਂ ਖਾੜਕੂ ਲਹਿਰ 'ਚੋਂ ਆਪਣੇ ਨਾਲ ਰਲਾ ਲਏ ਗਏ ਜਿਹੜੇ ਉਹ ਲੋਕ ਸਨ ਜੋ ਕਿ ਡਿਸਗਰੰਟਡ ਸਨ ਤੇ ਤੀਸਰੇ ਆਪਣੇ ਵੱਲੋਂ ਤਿਆਰ ਕੀਤੇ ਗਏ ਕੈਟ।
ਇਹਨਾਂ ਦੇ ਨਾਲ ਇੱਕ ਬਹੁਤ ਵੱਡੇ ਪੱਧਰ ਦੇ ਜਿਹੜੇ ਅਵਾਰਡ ਸਨ, ਯਾਨੀ ਕਿ ਪੈਸੇ ਦੀ ਸ਼ਕਲ ਦੇ ਵਿੱਚ ਜਿਹੜੇ ਰਿਵਾਰਡ ਦਿੱਤੇ ਜਾਣੇ ਸਨ, ਉਹ ਇੱਕ ਬਹੁਤ ਵੱਡਾ ਇਨਸੈਂਟਿਵ ਸੀ। ਇਹ ਦੋਵੇਂ ਪਾਸੇ ਈਵਨ ਵੱਖਵਾਦੀਆਂ ਜਾਂ ਖਾੜਕੂਆਂ ਦੀ ਕਾਡਰ ਦੇ ਵਿੱਚ ਵੀ ਪੈਸਾ ਇੱਕ ਬਹੁਤ ਵੱਡਾ ਫੈਕਟਰ ਸੀ ਤੇ ਪੁਲਿਸ ਦੇ ਰੈਂਕ ਐਂਡ ਫਾਈਲ ਦੇ ਵਿੱਚ ਵੀ ਇੱਕ ਪੈਸਾ ਜਾਂ ਧਨ ਰਾਸ਼ੀ ਜਿਹੜੀ ਰਿਵਾਰਡ ਦੀ ਸ਼ਕਲ ਵਿੱਚ ਮਿਲਣੀ ਹੁੰਦੀ ਸੀ, ਉਹ ਕਾਫੀ ਵੱਡਾ ਫੈਕਟਰ ਸੀ ਜਿਸਨੇ ਕਿ ਬਹੁਤ ਅਹਿਮ ਭੂਮਿਕਾ ਨਿਭਾਈ। ਸੋ ਇੱਕ ਪੂਰੀ ਲੜਾਈ ਜੋ ਕਿ ਇੱਕ ਵਿਚਾਰਧਾਰਕ ਤੇ ਸਿਧਾਂਤਕ ਪੱਧਰ ਤੇ ਉੱਭਰੀ ਸੀ 1970 ਤੇ 1980 ਦੇ ਦਹਾਕੇ ਵਿੱਚ। 1990 ਦਾ ਦਹਾਕਾ ਆਉਂਦਿਆਂ ਆਉਂਦਿਆਂ ਇੱਕ ਤਰੀਕੇ ਦੀ ਇੱਕ ਮਰਸਨਰੀ ਯਾਨੀ ਕਿ ਪੈਸੇ ਲਈ ਰਿਵਾਰਡਸ ਲਈ ਲੜੇ ਜਾਣ ਵਾਲੀ ਲੜਾਈ ਬਣ ਗਈ ਸੀ ਦੋਵੇਂ ਪਾਸੇ, ਵੱਖਵਾਦੀਆਂ ਜਾਂ ਖਾੜਕੂਆਂ ਵਾਲੇ ਪਾਸੇ ਵੀ ਤੇ ਪੁਲਿਸ ਫੋਰਸ ਵਾਲੇ ਪਾਸੇ ਵੀ, ਕਿਉਂਕਿ ਦੋਵੇਂ ਪਾਸੇ ਐਸੇ ਲੋਕ ਪੈਸੇ ਲੈ ਕੇ ਜਾਂ ਪੈਸੇ ਦੇ ਐਵਜ਼ ਦੇ ਵਿੱਚ ਐਸੀਆਂ ਖੁਫੀਆਂ ਜਾਣਕਾਰੀਆਂ ਜਾਂ ਖੁਫੀਆਂ ਜਾਣਕਾਰੀਆਂ ਤੋਂ ਅੱਗੇ ਗਾਂਹ ਵੱਧ ਕੇ ਇਹੋ ਜਿਹੇ ਜਿਹੜੇ ਕੈਟ ਸਨ ਉਹ ਆਪਣੇ ਆਪ ਨੂੰ ਵੱਖਵਾਦੀ ਜਾਂ ਖਾੜਕੂਆਂ ਵੱਲੋਂ ਜਾਂ ਅੱਤਵਾਦੀਆਂ ਵੱਲੋਂ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਵਿੱਚ ਮੁਕੰਮਲ ਤੌਰ ਤੇ ਸ਼ਾਮਲ ਕਰਨ ਲੱਗ ਪਏ ਤਾਂ ਕਿ ਉਹ ਉਸ ਕੌਨਫੀਡੈਂਸ ਨੂੰ, ਉਸ ਹੌਸਲੇ ਨੂੰ ਜਿੱਤ ਸਕਣ ਜਾਂ ਉਸ ਵਿਸ਼ਵਾਸ ਨੂੰ ਜਿੱਤ ਸਕਣ, ਜਿਸ ਤੋਂ ਬਾਅਦ ਕਿ ਉਹ ਮੁਖਬਰੀ ਬਹੁਤ ਹੀ ਕ੍ਰਿਟੀਕਲ ਮੌਕਿਆਂ ਤੇ ਕਰਨ ਤੇ ਵੱਡੇ ਵੱਡੇ ਜਿਹੜੇ ਖਾੜਕੂ ਸਨ ਜਾਂ ਉਹਨਾਂ ਦੇ ਲੀਡਰ ਸਨ, ਜਥੇਬੰਦੀਆਂ ਦੇ ਜਿਹੜੇ ਟੌਪ ਲੀਡਰਸ਼ਿਪ ਸੀ, ਉਸ ਨੂੰ ਨਿਊਟਰਲਾਈਜ਼ ਕਰਨ ਦਾ ਮੌਕਾ ਪੰਜਾਬ ਪੁਲਿਸ ਨੂੰ ਮਿਲ ਸਕੇ ਤੇ ਇਹੀ ਕੁਝ ਹੋਇਆ ਵੀ। ਸੋ 1999 ਤੋਂ ਲੈ ਕੇ 1990 ਤੇ 91 ਦੇ ਇਹ 3 ਸਾਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਜਿੱਥੇ ਇੱਥੇ ਲਾਸ ਬਹੁਤ ਸਿਵਿਲੀਅਨ ਹੋਇਆ, ਪੁਲਿਸ ਦੀ ਕੈਜੁਅਲਟੀਜ਼ ਵੀ ਹੋਈਆਂ, ਲੇਕਿਨ ਇਹੀ ਉਹ ਮੌਕਾ ਸੀ ਜਦੋਂ ਦੇਸ਼ ਦੇ ਵਿੱਚ ਵੀ ਹਾਲਾਤ ਬਦਲੇ, ਸੰਸਾਧਨ ਹੋਰ ਆਏ, ਸੀਕ੍ਰੇਟ ਫੰਡਸ ਹੋਰ ਜਿਹੜੇ ਉਸਦੇ ਗੱਫੇ ਜਿਹੜੇ ਸੀ ਪੰਜਾਬ ਦੇ ਵਿੱਚ ਆਣੇ ਸ਼ੁਰੂ ਹੋ ਗਏ ਤੇ ਇਹ ਜਿਹੜੇ ਰਿਵਾਰਡ ਸਨ ਇਹਨਾਂ ਕੈਟਸ ਦੇ ਵਿੱਚ ਯਾਨੀ ਕਿ ਉਹ ਖੁਫੀਆ ਤੰਤਰ ਜੋ ਕਿ ਪੰਜਾਬ ਪੁਲਿਸ ਨੇ ਆਪਣੇ ਪੱਧਰ ਤੇ ਇਨਫਾਰਮਲ ਲੈਵਲ ਤੇ ਤੋੜ ਰੱਖਿਆ ਸੀਗਾ, ਉਸ ਦੇ ਵਿੱਚ ਕਾਫੀ ਹੱਦ ਤੱਕ ਤਕਸੀਮ ਹੋਣਾ ਸ਼ੁਰੂ ਹੋਇਆ। ਵੱਡੇ ਵੱਡੇ ਪੁਲਿਸ ਅਫਸਰ ਤੇ ਜਿਹੜੇ ਕੈਟ ਸਨ ਇਸ ਕਿਸਮ ਦੇ ਕਿਸੇ ਵੀ ਕਿਲ ਦਾ ਜਿਹੜਾ ਅਵਾਰਡ ਹੁੰਦਾ ਸੀ ਜਾਂ ਰਿਵਾਰਡ ਹੁੰਦਾ ਸੀ ਉਸ ਨੂੰ ਵੰਡਦੇ ਹੁੰਦੇ ਸਨ। ਜਾਣਕਾਰੀ ਇਹ ਵੀ ਮਿਲਦੀ ਰਹੀ ਹੈ ਵੀ ਕੈਟਸ ਨੂੰ ਘੱਟ ਪੈਸਾ ਮਿਲਦਾ ਸੀ ਤੇ ਬਹੁਤ ਵੱਡੇ ਵੱਡੇ ਅਫਸਰਾਂ ਨੇ ਬਹੁਤ ਮੋਟੀਆਂ ਇਨਾਮੀ ਜਿਹੜੇ ਰਾਸ਼ੀ ਮਿਲਣ ਵਾਲੀ ਸੀ ਉਸ ਦੇ ਹਿੱਸਿਆਂ ਨੂੰ ਖੁਦ ਹੀ ਹਜਮ ਕਰ ਗਏ ਤੇ ਡਕਾਰ ਤੱਕ ਨਹੀਂ ਮਾਰਿਆ। ਸੋ ਇਹ ਪੂਰੀ ਘਟਨਾਕ੍ਰਮ ਸੀ ਜਦੋਂ ਕਿ ਪਿਓਰਲੀ ਮਰਸਨਰੀ ਅਪਰੋਚ ਸਾਹਮਣੇ ਆ ਚੁੱਕੀ ਸੀ ਤੇ ਇਹੀ ਉਹ ਦੌਰ ਸੀ ਜਦੋਂ 1991 ਤੋਂ ਬਾਅਦ 1992 ਦੇ ਵਿੱਚ ਜਿਵੇਂ ਬੇਅੰਤ ਸਿੰਘ ਦੀ ਸਰਕਾਰ ਆਂਦੀ ਹੈ ਤਾਂ ਇੱਕ ਬਹੁਤ ਹੀ ਅੰਨ੍ਹੇਵਾਹ ਜਿਹੜੀ ਤਸ਼ੱਦਦ ਹੈ ਉਹ ਸ਼ੁਰੂ ਹੋ ਗਈ, ਕਿਉਂਕਿ ਕਈ ਫੈਕਟਰ ਕੰਪਾਊਂਡ ਹੋ ਰਹੇ ਸਨ। ਕੇਂਦਰ ਦੇ ਵਿੱਚੋਂ ਜਾਂ ਕਸ਼ਮੀਰ ਦੇ ਵਿੱਚ ਜਿਹੜੀ ਬਗਾਵਤ ਸ਼ੁਰੂ ਹੋ ਚੁੱਕੀ ਹੈ, ਉੱਥੇ ਜਿਹੜਾ ਦਹਿਸ਼ਤਵਾਦ ਸ਼ੁਰੂ ਹੋ ਚੁੱਕਾ ਸੀ, ਉਸ ਤੋਂ ਬਾਅਦ ਪੰਜਾਬ ਨੂੰ ਕਿਤੇ ਵੀ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਇਸ ਪੂਰੀ ਲਹਿਰ ਨੂੰ ਦਬਾਉਣਾ ਚਾਹੁੰਦੀ ਸੀ। ਦੂਸਰੇ ਹਾਲਾਤ ਇਹ ਬਣੇ ਵੀ ਚੋਣਾਂ ਦੇ ਵਿੱਚ ਜਿਹੜੀ ਬੇਅੰਤ ਸਿੰਘ ਦੀ ਸਰਕਾਰ ਜਿਸ ਦਾ ਬਾਈਕਾਟ ਅਕਾਲੀਆਂ ਨੇ ਕੀਤਾ ਸੀ, ਬੇਅੰਤ ਸਿੰਘ ਦਾ ਮੁੱਖ ਮੰਤਰੀ ਬਣਨਾ ਇੱਕ ਐਸਾ ਕਦਮ ਸੀ ਜੋ ਕਿ ਇੱਕ ਬਹੁਤ ਹੀ ਟਰਨਿੰਗ ਪੁਆਇੰਟ ਸਾਬਤ ਹੋਇਆ, ਕਿਉਂਕਿ ਬੇਅੰਤ ਸਿੰਘ ਨੇ KPS ਗਿੱਲ ਨੂੰ ਇੱਕ ਫ੍ਰੀ ਹੈਂਡ ਦਿੱਤਾ। KPS ਗਿੱਲ ਕੋਲ ਉਹ ਪੂਰਾ ਢਾਂਚਾ ਮੌਜੂਦ ਸੀ ਜਿਸ ਦੇ ਤਹਿਤ ਕਿ ਉਹਨਾਂ ਨੇ ਵੱਖਵਾਦੀ ਅਨਸਰਾਂ ਨੂੰ ਨਿਸਤਨਾਬੂਦ ਕਰਨ ਦਾ ਜਿਹੜਾ ਮੰਤਵ ਜਿਹੜਾ ਸੀ ਉਹ ਪੂਰਾ ਕਰਨਾ ਸੀ ਤੇ ਉਸ ਦੇ ਵਿੱਚ ਇੱਕ ਕੈਟ ਦਾ ਇੱਕ ਮਜ਼ਬੂਤ ਢਾਂਚਾ ਜੋ ਕਿ ਹੁਣ ਅਵਾਰਡਸ ਤੇ ਰਿਵਾਰਡ ਦੀ ਸ਼ਕਲ ਵਿੱਚ ਕਾਫੀ ਪੈਸੇ ਵੀ ਲੈ ਰਿਹਾ ਸੀ। ਇਹ ਉਹ ਹਾਲਾਤ ਸੀ ਜਦੋਂ ਕਿ ਕੈਟਸ ਨੂੰ ਹੋਰ ਇਨਸੈਂਟਿਵ ਦਿੱਤੇ ਜਾਣ ਲੱਗੇ, ਯਾਨੀ ਕਿ ਇੱਕ ਪਾਸੇ ਲੜਾਈ ਸਿਖਰ ਤੇ ਪਹੁੰਚ ਰਹੀ ਸੀ, ਦੂਸਰੇ ਪਾਸੇ ਪੰਜਾਬ ਪੁਲਿਸ ਨੇ ਇਹਨਾਂ ਕੈਟਸ ਨੂੰ ਯਾਨੀ ਕਿ ਵੱਖਵਾਦ ਜਾਂ ਖਾੜਕੂਆਂ ਜਾਂ ਦਹਿਸ਼ਤਗਰਦਾਂ ਦੇ ਜਿਹੜੇ ਕਾਡਰਸ ਦੇ ਵਿੱਚੋਂ ਆਪਣੇ ਨਾਲ ਰਲਾਏ ਗਏ ਅੱਤਵਾਦੀ ਜਾਂ ਆਪਣੇ ਨਾਲ ਰਲਾਏ ਗਏ ਸ਼ਾਮਲ ਕੀਤੇ ਗਏ ਖਾੜਕੂ, ਉਹਨਾਂ ਨੂੰ ਇਸ ਪੂਰੀ ਲੜਾਈ ਦੇ ਵਿੱਚ ਮੋਹਰੀ ਬਣਾਤਾ। ਬਹੁਤ ਸੇ ਐਸੇ ਅਨਸਰ ਸਨ ਜਿਨ੍ਹਾਂ ਨੂੰ ਖੁੱਲੇ ਆਮ ਵਰਤਿਆ ਗਿਆ, ਬਹੁਤ ਸੇ ਐਸੇ ਅਨਸਰ ਸਨ ਜਿਨ੍ਹਾਂ ਨੂੰ ਖੁਫੀਆ ਤੌਰ ਤੇ ਵਰਤਿਆ ਗਿਆ ਤੇ ਬਹੁਤ ਵੱਡੀਆਂ ਕਿਲਸ ਸਨ। ਜੇ ਆਪਾਂ ਇੱਕ ਨਜ਼ਰਸਾਨੀ ਕਰ ਲਈਏ ਤੇ ਪੰਜਾਬ ਦੇ ਵਿੱਚ ਵੱਡੀਆਂ ਜਿਹੜੀਆਂ ਖਾੜਕੂ ਜਥੇਬੰਦੀਆਂ ਜਾਂ ਵੱਖਵਾਦੀ ਜਥੇਬੰਦੀਆਂ ਸਨ, ਉਹਨਾਂ ਦੇ ਜਿਹੜੇ ਮੁੱਢਲੇ ਮੋਹਰੀ ਤੇ ਜਿਹੜੇ ਟੌਪ ਲੀਡਰਸ਼ਿਪ ਸੀ ਉਸ ਨੂੰ ਐਲੀਮੀਨੇਟ ਇਸ ਖੁਫੀਆ ਤੰਤਰ ਜਾਂ ਇਸ ਕੈਟ ਸਿਸਟਮ ਦੇ ਜ਼ਰੀਏ ਹੀ ਕੀਤਾ ਜਾ ਸਕਿਆ। ਉਸ ਦੇ ਵਿੱਚ ਸੁਖਦੇਵ ਸਿੰਘ ਬੱਬਰ ਨੂੰ ਪਟਿਆਲਾ ਦੇ ਚੁੱਕਿਆ ਜਾਂਦਾ ਹੈ, ਉਹਦਾ ਐਨਕਾਊਂਟਰ ਕੀਤਾ ਜਾਂਦਾ ਹੈ ਖੰਨਾ ਦੇ ਨੇੜੇ। ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਐਲੀਮੀਨੇਟ ਕੀਤਾ ਜਾਂਦਾ ਹੈ। ਬਾਅਦ ਦੇ ਵਿੱਚ ਜਗਤਾਰ ਸਿੰਘ ਹਵਾਰਾ, ਹਰਨੇਕ ਸਿੰਘ ਪੱਪ ਤੇ ਐਸੇ तमाम ਜਿਹੜੇ ਵੱਡੇ ਵੱਡੇ ਦਹਿਸ਼ਤਗਰਦ ਜਾਂ ਵੱਖਵਾਦੀ ਸਨ ਉਹਨਾਂ ਨੂੰ ਇਹਨਾਂ ਕੈਟਸ ਦੀ ਜਾਂ ਉਸ ਖੁਫੀਆ ਇੰਟੈਲ ਹਿਊਮਨ ਇੰਟੈਲ ਜਿਸ ਨੂੰ ਆਪਾਂ ਕਹਿੰਦੇ ਹਾਂ ਉਸ ਸੂਚਨਾ ਦੇ ਆਧਾਰ ਉੱਤੇ ਹੀ ਫੜਿਆ ਗਿਆ। ਸਮਝਣ ਵਾਲੀ ਗੱਲ ਇਹ ਸੀ ਵੀ ਪੁਲਿਸ ਕੋਲ ਬਹੁਤ ਹੀ ਸੀਮਿਤ ਸਾਧਨ ਸਨ ਟੈਕਨੋਲੋਜੀ ਪੱਖੋਂ, ਟੈਕਨੀਕ ਪੱਖੋਂ। ਕੋਈ ਉਸ ਵਕਤ ਮੋਬਾਈਲ ਨਹੀਂ ਹੋਇਆ ਕਰਦੇ ਸਨ, ਕੋਈ ਉੱਥੇ ਇੰਟਰਸੈਪਸ਼ਨ ਨਹੀਂ ਹੋਇਆ ਕਰਦੀ ਸੀ ਜਾਂ ਉਸ ਕਿਸਮ ਦੀ ਟ੍ਰੇਸਿੰਗ ਜਾਂ ਜਿਸ ਨੂੰ ਆਪਾਂ ਅੱਜ CDR ਦੀ ਸ਼ਕਲ ਦੇ ਵਿੱਚ ਡੰਪ ਡੇਟਾ ਦੇ ਨਾਲ ਕ੍ਰਿਮੀਨਲਸ ਦੇ ਮੋਬਾਈਲਸ ਜਾਂ ਈਵਨ ਉਹਨਾਂ ਦੇ WhatsApp ਕਾਲ ਨੂੰ ਟ੍ਰੇਸ ਕਰਕੇ ਵੀ ਉਹਨਾਂ ਦੀ ਨਿਸ਼ਾਨਦੇਹੀ ਜਾਂ ਉਹਨਾਂ ਦੇ ਲੋਕੇਸ਼ਨਸ ਪਤਾ ਕੀਤੀਆਂ ਜਾ ਸਕਦੀਆਂ ਨੇ। ਇਸ ਕਿਸਮ ਦਾ ਕੋਈ ਵੀ ਢਾਂਚਾ ਉਸ ਵਕਤ ਮੌਜੂਦ ਜਾਂ ਉਪਲਬਧ ਨਹੀਂ ਸੀ। ਉਹਨਾਂ ਹਾਲਾਤਾਂ ਦੇ ਵਿੱਚ ਇਹੀ ਜਿਹੜੇ ਕੈਟਸ ਸਨ ਜੋ ਕਿ ਵੱਖ-ਵੱਖ ਕੈਟੇਗਰੀਜ਼ ਦੇ ਕੈਟਸ ਸਨ, ਉਹੀ ਇੱਕ ਢਾਲ ਬਣੇ ਪੰਜਾਬ ਪੁਲਿਸ ਲਈ ਤੇ ਉਹੀ ਇੱਕ ਉਹ ਮਨੁੱਖੀ ਸੰਸਾਧਨ ਜਾਂ ਸਰੋਤ ਬਣੇ ਜਿਨ੍ਹਾਂ ਨੇ ਕਿ ਬਾਅਦ ਦੇ ਵਿੱਚ ਉਹ ਖੁਫੀਆ ਜਾਣਕਾਰੀ ਪੁਲਿਸ ਤੱਕ ਪਹੁੰਚਾਈ। ਤੇ ਸਭ ਤੋਂ ਅਹਿਮ ਗੱਲ ਇਹ ਸੀ ਵੀ ਬਹੁਤ ਸੇ ਐਸੇ ਵੱਖਵਾਦੀ ਸਨ, ਖਾੜਕੂ ਸਨ ਜਾਂ ਦਹਿਸ਼ਤਗਰਦ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਔਖੀ ਸੀ, ਕਿਉਂਕਿ ਉਹ ਐਸਾ ਸਮਾਂ ਸੀ ਜਦੋਂ ਤਸਵੀਰਾਂ ਵੀ ਉਨੀਆਂ ਨਹੀਂ ਸਨ ਹੋਇਆ ਕਰਦੀਆਂ। ਸੋ ਉਹਨਾਂ ਹਾਲਾਤਾਂ ਦੇ ਵਿੱਚ ਤਸਵੀਰਾਂ ਦਾ ਕਲਚਰ ਨਹੀਂ ਸੀ ਤਾਂ ਪਛਾਣ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਸੀ। ਸੋ ਉਸ ਹਾਲਾਤ ਦੇ ਵਿੱਚ ਪੁਲਿਸ ਨੂੰ
ਉਹਨਾਂ ਦੀ ਜਿਪਸੀਆਂ ਦੇ ਵਿੱਚ, ਕਾਲੇ ਸ਼ੀਸ਼ੇ ਵਾਲੀ ਗੱਡੀਆਂ ਦੇ ਵਿੱਚ ਇਹ ਜਿਹੜੇ ਕੈਟ ਸਨ ਉਸ ਦੀ ਨਿਸ਼ਾਨਦੇਹੀ ਕਰਾਇਆ ਕਰਦੇ ਸਨ, ਕਿਉਂਕਿ ਪੁਲਿਸ ਨੂੰ ਜਾਂ ਉਹਨਾਂ ਦੇ ਡੇਟਾ ਬੈਂਕ ਜਾਂ ਡੇਟਾਬੇਸ ਦੇ ਵਿੱਚ ਬਹੁਤ ਸੇ ਐਸੇ ਖਾੜਕੂ ਸਨ ਜਿਨ੍ਹਾਂ ਦੀਆਂ ਤਸਵੀਰਾਂ ਨਹੀਂ ਸਨ, ਜਿਨ੍ਹਾਂ ਦੇ ਪ੍ਰਤੀ ਕੋਈ ਜਾਣਕਾਰੀ ਨਹੀਂ ਸੀ। ਇੱਕ ਡੇਟਾਬੇਸ ਦਾ ਕਲਚਰ ਬਹੁਤ ਬਾਅਦ ਦੇ ਵਿੱਚ ਸ਼ੁਰੂ ਹੋਇਆ। ਬੇਸ਼ੱਕ ਇਸ ਨੂੰ 1986-87 ਆਉਂਦਿਆਂ CBI ਦੀ ਮਦਦ ਨਾਲ ਚੰਡੀਗੜ੍ਹ ਦੇ ਪੁਲਿਸ ਹੈੱਡਕੁਆਟਰ ਦੇ ਵਿੱਚ ਇੱਕ ਡੇਟਾਬੇਸ ਦਾ ਇੱਕ ਬੈਂਕ ਸ਼ੁਰੂ ਕੀਤਾ ਗਿਆ, ਜਿਸ ਵਿੱਚ ਕਿ ਪ੍ਰੋਪਰ ਜਿਹੜੇ ਡੋਸੀਅਰ ਤਿਆਰ ਕੀਤੇ ਜਾਣੇ ਸ਼ੁਰੂ ਹੋਏ ਵੱਖਵਾਦੀਆਂ ਦੇ, ਖਾੜਕੂਆਂ ਦੇ। ਲੇਕਿਨ ਇਹ ਬਹੁਤ ਲੇਟ ਸੀ। ਜਿਹਦੀ ਜ਼ਿਆਦਾ ਹੱਦ ਤੱਕ ਜਿਹੜੀ ਨਿਰਭਰਤਾ ਸੀ ਪੰਜਾਬ ਪੁਲਿਸ ਦੀ ਇਸ ਲੜਾਈ ਦੇ ਵਿੱਚ ਇਹਨਾਂ ਕੈਟਸ ਦੇ ਉੱਤੇ ਰਹੀ, ਜੋ ਕਿ ਇਹਨਾਂ ਦੇ ਰੈਂਕ ਐਂਡ ਫਾਈਲ ਦੇ ਵਿੱਚੋਂ ਵੱਖਵਾਦੀਆਂ ਜਾਂ ਖਾੜਕੂਆਂ ਦੇ ਆਉਂਦੇ ਵੀ ਸਨ ਅਤੇ ਉਹਨਾਂ ਦੀ ਪੂਰੀ ਜਾਣਕਾਰੀ, ਪੱਕੀ ਜਾਣਕਾਰੀ, ਉਹਨਾਂ ਦੇ ਢੰਗ ਤਰੀਕੇ ਅਤੇ ਉਹਨਾਂ ਦੇ ਹਾਵ ਭਾਵ ਇਹ ਸਭ ਤੋਂ ਵਾਕਫ ਵੀ ਸਨ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਇਹ ਸਮਝ ਸਕਦੇ ਵੀ ਪੰਜਾਬ ਦੀ ਜਿਹੜੀ ਲੜਾਈ ਲੜੀ ਗਈ ਵੱਖਵਾਦ ਦੇ ਖਿਲਾਫ, ਖਾੜਕੂਵਾਦ ਦੇ ਖਿਲਾਫ, ਜਾਂ ਬਾਅਦ ਦੇ ਵਿੱਚ ਜਿਹੜਾ 1999, 90 ਤੇ 91 ਦਾ ਦੌਰ, ਜਦੋਂ ਕਿ ਇਸ ਵੱਖਵਾਦ ਤੇ ਖਾੜਕੂਵਾਦ ਨੇ ਦਹਿਸ਼ਤਗਰਦੀ ਦੀ ਇੱਕ ਤਸਵੀਰ ਜਾਂ ਇੱਕ ਸਰੂਪ ਜਿਹੜਾ ਸੀ ਉਸ ਨੂੰ ਅਖਤਿਆਰ ਕਰ ਲਿਆ ਸੀ, ਉਸ ਦੇ ਵਿੱਚ ਇਹਨਾਂ ਕੈਟਸ ਦਾ ਜਿਹੜਾ ਯੋਗਦਾਨ ਸੀ ਕਾਫੀ ਅਹਿਮ ਸੀ, ਕਾਫੀ ਪ੍ਰਮੁੱਖ ਸੀ। ਇਹਨਾਂ ਦੇ ਨਾਲ ਕਈ ਵਿਵਾਦ ਜੁੜੇ ਹੋਏ ਨੇ, ਕਿਉਂਕਿ ਜਦੋਂ ਕ੍ਰਿਮੀਨਲ ਜਾਂ ਅਪਰਾਧਿਕ ਅੰਸਰਾਂ ਨੂੰ ਪੁਲਿਸ ਨੇ ਆਪਣੇ ਰੈਂਕ ਫਾਈਲ ਦੇ ਵਿੱਚ ਸ਼ਾਮਲ ਕਰ ਲਿਆ, ਐਸੀ ਬਹੁਤ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਸ਼ੁਰੂ ਹੋ ਗਈਆਂ। ਬਹੁਤ ਸੇ ਐਸੇ ਜਿਹੜੇ ਕੈਟਸ ਹਨ ਜਿਨ੍ਹਾਂ ਕੋਲ ਪੁਲਿਸ ਦੇ ਅਫਸਰਾਂ ਦੇ ਬਹੁਤ ਭੇਦ ਹੁੰਦੇ ਸਨ, ਯਾਨੀ ਕਿ ਉਹ ਪੁਲਿਸ ਦੇ ਅਫਸਰ ਜਾਂ ਹੈਂਡਲਰਸ ਜੋ ਕਿ ਇਹਨਾਂ ਕੈਟਸ ਨੂੰ ਹੈਂਡਲ ਕਰਿਆ ਕਰਦੇ ਸਨ, ਬਹੁਤ ਸੇ ਸਹੀ, ਗਲਤ, ਝੂਠੇ ਤੇ ਫਰਜ਼ੀ ਮੁਕਾਬਲਿਆਂ ਦੀ ਜਾਣਕਾਰੀ ਸੀ। ਉਹਨਾਂ ਹਾਲਾਤਾਂ ਦੇ ਵਿੱਚ ਕਈ ਲੈਵਲ ਦੇ ਉੱਤੇ ਇਹ ਜਿਹੜੇ ਕੈਟਸ ਸਨ ਖੁਦ ਵੀ ਬਾਅਦ ਦੇ ਵਿੱਚ ਉਹਨਾਂ ਪੁਲਿਸ ਅਫਸਰਾਂ ਲਈ ਲਾਇਬਿਲਿਟੀ ਬਣਦੇ ਹੋਏ ਨਜ਼ਰ ਆਏ। ਸੋ ਬਲੈਕਮੇਲਿੰਗ ਦਾ ਵੀ ਇੱਕ ਸਿਲਸਿਲਾ ਬਾਅਦ ਦੇ ਵਿੱਚ ਸ਼ੁਰੂ ਹੋਇਆ ਤੇ ਬਾਅਦ ਦੇ ਵਿੱਚ ਬਹੁਤ ਸੇ ਐਸੇ ਜਿਹੜੇ ਕੈਟਸ ਸਨ ਜੋ ਕਿ ਪਹਿਲਾਂ ਮੁਖਬਰੀ ਕਰਦੇ ਰਹੇ ਤੇ ਉਹਨਾਂ ਨੇ ਬਹੁਤ ਸੇ ਜਿਹੜੇ ਵੱਖਵਾਦੀ ਸਨ, ਖਾੜਕੂ ਸਨ, ਦਹਿਸ਼ਤਗਰਦ ਸਨ, ਉਹਨਾਂ ਨੂੰ ਨਿਊਟਰਲਾਈਜ਼ ਕਰਨ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਈ। ਬਾਅਦ ਦੇ ਵਿੱਚ ਕਈ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਵੀ ਮਰਿਆ ਹੋਇਆ ਦਿਖਾਇਆ ਗਿਆ ਜਾਂ ਉਹਨਾਂ ਨੂੰ ਮਾਰਤਾ ਗਿਆ। ਸੋ ਇਸ ਕਿਸਮ ਦੀ ਪੂਰਾ ਜਿਹੜਾ ਖੂਨੀ ਦੌਰ ਸੀ ਉਸ ਦੇ ਵਿੱਚ ਇਹ ਜਿਹੜੀ ਕੈਟ ਸੀ ਇਹਨਾਂ ਦਾ ਇੱਕ ਬਹੁਤ ਵੱਡਾ ਇਨਸੈਂਟਿਵ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੂੰ ਮਿਲਿਆ, ਉਹ ਜਾਂ ਤਾਂ ਇਹਨਾਂ ਨੂੰ ਪੁਲਿਸ ਦੇ ਕਾਡਰ ਦੇ ਵਿੱਚ ਬਾਕਾਇਦਾ ਪੁਲਿਸ ਅਫਸਰਾਂ ਦੀ ਸ਼ਕਲ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜਾਂ ਪੁਲਿਸ ਕਰਮਚਾਰੀਆਂ ਦੀ ਸ਼ਕਲ ਦੇ ਵਿੱਚ ਸ਼ਾਮਲ ਕਰ ਲਿਆ ਗਿਆ, ਜਾਂ ਫਿਰ ਇਹਨਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਹਮੇਸ਼ਾ ਲਈ ਸੈਟਲ ਕਰਤਾ ਗਿਆ। ਕਿਉਂਕਿ ਬਹੁਤ ਸੇ ਐਸੇ ਕੈਟਸ ਹਨ ਜੋ ਕਿ ਟੌਪ ਕੈਟੇਗਰੀ ਦੇ ਕੈਟ ਮੰਨੇ ਜਾਂਦੇ ਸਨ, ਯਾਨੀ ਕਿ ਉਹਨਾਂ ਨੇ ਐਸੇ ਆਪਰੇਸ਼ਨ ਕਰਾਏ ਜਾਂ ਐਸੇ ਜਿਹੜੇ ਵੱਖਵਾਦੀਆਂ ਜਾਂ ਖਾੜਕੂਆਂ ਦੀ ਨਿਸ਼ਾਨਦੇਹੀ ਜਿਨ੍ਹਾਂ ਦੇ ਉੱਤੇ ਉਸ ਐਕਸ਼ਨੇਬਲ ਇੰਟੈਲੀਜੈਂਸ ਦੇ ਉੱਤੇ ਪੁਲਿਸ ਜਾਂ ਸਿਕਿਉਰਿਟੀ ਸੁਰੱਖਿਆ ਬਲਾਂ ਨੇ ਉਹਨਾਂ ਖਾੜਕੂਆਂ ਨੂੰ ਮਾਰ ਮੁਕਾਇਆ ਸੀ। ਸੋ ਉਹ ਲੋਕ ਜਦੋਂ ਕਿ ਇਸ ਤਰੀਕੇ ਦੀ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਵਾ ਚੁੱਕੇ ਹੁੰਦੇ ਨੇ ਆਪਣੀ ਖੁਫੀਆ ਜਾਣਕਾਰੀ ਦੇ ਮਾਧਿਅਮ ਨਾਲ, ਉਹ ਸੇਫ ਨਹੀਂ ਸਨ ਤੇ ਬਾਅਦ ਦੇ ਵਿੱਚ ਬਹੁਤ ਸੇ ਐਸੇ ਕੈਟ ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਤੇ US ਵਰਗੇ ਮੁਲਕਾਂ ਦੇ ਵਿੱਚ ਜਾ ਕੇ ਵਸੇ ਹੋਏ ਨੇ। ਬਹੁਤ ਸੇ ਲੋਕਾਂ ਨੂੰ ਉਹਨਾਂ ਦੇ ਪਿਛੋਕੜ ਬਾਰੇ ਵੀ ਨਹੀਂ ਪਤਾ, ਲੇਕਿਨ ਇਹਨਾਂ ਨੂੰ ਵਿਦੇਸ਼ ਭੇਜਣ ਦੇ ਵਿੱਚ ਵੀ ਇੱਕ ਚੀਜ਼ਾਂ ਗੱਲਾਂ ਬਾਤਾਂ ਔਨ ਰਿਕਾਰਡ ਹੈਗੀਆਂ ਨੇ ਵੀ ਪੁਲਿਸ ਤੇ ਸਿਕਿਉਰਿਟੀ ਏਜੰਸੀਜ਼ ਨੇ ਬਹੁਤ ਸੇ ਐਸੇ ਐਲੀਮੈਂਟਸ ਨੂੰ ਵਿਦੇਸ਼ ਭੇਜ ਕੇ ਉੱਥੇ ਸੈਟਲ ਕਰਤਾ। ਉੱਥੇ ਇਹ ਲੋਕ ਅੱਜ ਦੀ ਤਰੀਕ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਜੀ ਵੀ ਰਹੇ ਨੇ। ਬਹੁਤ ਸੇ ਐਸੇ ਲੋਕ ਹੈਗੇ ਨੇ ਜੋ ਕਿ ਕਈ ਗੁਰਦੁਆਰਾ ਕਮੇਟੀਆਂ ਦੇ ਜਿਹੜੇ ਅਹੁਦੇਦਾਰ ਹੈਗੇ ਨੇ ਉਹ ਵੀ ਬਣੇ ਹੋਏ ਨੇ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਵੀ ਜਿਹੜੇ ਕੈਟਸ ਸਨ ਪੰਜਾਬ ਦੀ ਇਸ ਵੱਖਵਾਦ ਦੇ ਖਿਲਾਫ ਲੜਾਈ ਦਾ ਇੱਕ ਬਹੁਤ ਹੀ ਅਨਿੱਖੜਵਾਂ ਹਿੱਸਾ ਸਨ, ਕਿਉਂਕਿ ਖੁਫੀਆ ਤੰਤਰ ਉਹਨਾਂ ਪੁਖਤਾ ਨਹੀਂ ਸੀ, ਪੰਜਾਬ ਪੁਲਿਸ ਕੋਲ ਸਾਧਨ ਨਹੀਂ ਸੀ। ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਕੈਟਸ ਨੇ ਚਾਹੇ ਤਾਂ ਪੈਸੇ ਲਈ, ਉਹਨਾਂ ਖੁਫੀਆ ਜਾਣਕਾਰੀ ਲਈ ਜਿਹੜਾ ਪੈਸਾ ਇਹਨਾਂ ਨੂੰ ਡਾਇਰੈਕਟਲੀ ਮਿਲਦਾ ਸੀ, ਜਾਂ ਫਿਰ ਬਾਅਦ ਦੇ ਵਿੱਚ ਉਸ ਨੂੰ ਇਨਾਮੀ ਰਾਸ਼ੀ ਦੀ ਸ਼ਕਲ ਦੇ ਵਿੱਚ ਜਿਹੜੀ ਹੋਣ ਵਾਲੀ ਵੰਡ ਜਾਂ ਤਕਸੀਮ ਹੁੰਦੀ ਸੀ, ਉਸ ਦੇ ਵਿੱਚ ਇਹਨਾਂ ਨੇ ਬਾਕਾਇਦਾ ਆਪਣਾ ਹਿੱਸਾ ਹਾਸਲ ਕੀਤਾ। ਤੇ ਉਸ ਤੋਂ ਵੀ ਜਿਹੜੇ ਕੈਟ ਜ਼ਿਆਦਾ ਪੁਲਿਸ ਲਈ ਉਪਯੋਗੀ ਸਨ ਜਾਂ ਬਹੁਤ ਜ਼ਿਆਦਾ ਅਹਿਮ ਭੂਮਿਕਾ ਦੇ ਵਿੱਚ ਸਨ, ਉਹਨਾਂ ਨੂੰ ਪੁਲਿਸ ਨੇ ਆਪਣੇ ਹੀ ਕਾਡਰ ਦੇ ਵਿੱਚ ਸ਼ਾਮਲ ਕਰਕੇ ਆਪਣੇ ਨਾਲ ਹੀ ਤੋਰ ਲਿਆ। ਬਾਅਦ ਦੇ ਵਿੱਚ ਵਾਰਦਾਤਾਂ ਦੇ ਵਿੱਚ ਜਾਂ ਵੱਖ-ਵੱਖ ਐਕਸ਼ਨੇਬਲ ਜਿਹੜੀਆਂ ਘਟਨਾਵਾਂ ਜਾਂ ਐਨਕਾਊਂਟਰਸ ਹੋਏ ਉਹਨਾਂ ਦੀ ਵਰਤੋਂ ਵੀ ਉਸ ਤਰੀਕੇ ਨਾਲ ਕੀਤੀ ਗਈ। ਬਹੁਤ ਸੇ ਐਸੇ ਕੈਟ ਵੀ ਸਨ ਜਿਨ੍ਹਾਂ ਨੂੰ ਕਿ ਡਿਸਅਪੀਅਰਡ ਦਿਖਾਤਾ ਗਿਆ। ਇਹ ਸਮਝਣ ਵਾਲੀ ਗੱਲ ਹੈ ਵੀ ਬਹੁਤ ਸੇ ਐਸੇ ਕੈਟ ਸਨ ਜਿਨ੍ਹਾਂ ਨੂੰ ਕਿ ਡਿਸਅਪੀਅਰਡ ਦਿਖਾਤਾ ਗਿਆ ਤੇ ਮੀਡੀਆ ਤੇ ਪ੍ਰੈਸ ਦੇ ਵਿੱਚ ਇਸ ਕਿਸਮ ਦਾ ਪ੍ਰਚਾਰ ਰਿਹਾ ਵੀ ਇਹ ਜਿਹੜੇ ਲੋਕ ਹੈਗੇ ਨੇ ਜਾਂ ਉਹ ਵੱਖਵਾਦੀ ਹੈਗੇ ਨੇ ਉਹ ਮਾਰ ਮੁਕਾਏ ਗਏ ਹੈਗੇ ਨੇ, ਕਿਉਂਕਿ ਕੈਟ ਔਨ ਗਰਾਊਂਡ ਇਹ ਲੋਕ ਉਹਨਾਂ ਵੱਖਵਾਦੀਆਂ ਦੇ ਵਿੱਚੋਂ ਹੀ ਮੰਨੇ ਜਾਂਦੇ ਸਨ, ਲੇਕਿਨ ਅੰਦਰਲੇ ਖਾਤੇ ਇਹ ਲੋਕ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਸਨ। ਬਹੁਤ ਸੇ ਐਸੇ ਲੋਕ ਜੋ ਕਿ ਬਹੁਤ ਕ੍ਰਿਟੀਕਲ ਲੈਵਲ ਤੇ ਹੁੰਦੇ ਸਨ, ਉਹਨਾਂ ਨੂੰ ਇਸ ਤਰੀਕੇ ਨਾਲ ਡਿਸਅਪੀਅਰ ਕੀਤਾ ਹੋਇਆ ਦਿਖਾਇਆ ਜਾਂਦਾ ਸੀ ਤੇ ਕਈਆਂ ਨੂੰ ਜੋ ਲਾਇਬਿਲਿਟੀ ਬਣ ਜਾਂਦੇ ਸਨ ਉਹਨਾਂ ਨੂੰ ਐਨਕਾਊਂਟਰਾਂ ਦੇ ਵਿੱਚ ਮਾਰ ਵੀ ਦਿੱਤਾ ਜਾਂਦਾ ਸੀ। ਹਾਈ ਗ੍ਰੇਡ ਦੇ ਜਿਹੜੇ ਕੈਟ ਸਨ ਉਹ ਵਿਦੇਸ਼ਾਂ ਵਿੱਚ ਭੇਜਤੇ ਗਏ, ਉਹਨਾਂ ਨੂੰ ਉੱਥੇ ਸੈਟਲ ਕਰਤਾ ਗਿਆ। ਸੋ ਇਸ ਤਰੀਕੇ ਨਾਲ ਪੰਜਾਬ ਦੀ ਪੂਰੀ ਮੂਵਮੈਂਟ ਚੱਲੀ ਤੇ 1991 ਆਉਂਦਿਆਂ ਜਾਂ 1992 ਜਦੋਂ ਬੇਅੰਤ ਸਿੰਘ ਆਉਂਦੇ ਨੇ, ਉਸ ਤੋਂ ਅਗਲੇ 3 ਸਾਲ ਕਿਉਂਕਿ ਇਨਾਮੀ ਰਾਸ਼ੀ ਵੱਧ ਚੁੱਕੀ ਸੀ, ਅਫਸਰਾਂ ਦੀ ਭੁੱਖ ਵੱਧ ਚੁੱਕੀ ਸੀ, ਇਹਨਾਂ ਕੈਟਸ ਦੀ ਜਿਹੜੀ ਭੂਮਿਕਾ ਉਹ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਸੀ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਵੱਖਵਾਦ ਜਾਂ ਖਾੜਕੂਵਾਦ ਦੀ ਲਹਿਰ ਦੇ ਵਿੱਚ ਲੋਕ ਸ਼ਾਮਲ ਸਨ, ਆਰਮਡ ਕਨਫਲਿਕਟ ਦੇ ਵਿੱਚ ਜਾਂ ਦਹਿਸ਼ਤਗਰਦ ਸਨ, ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਤਬਕਾ ਉਹ ਨੌਜਵਾਨਾਂ ਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਜੋ ਬੇਦੋਸ਼ੇ ਸਨ, ਵਿਚਾਰਧਾਰਾ ਪੱਖੋਂ ਉਹ ਜ਼ਰੂਰ ਸਹਿਮਤ ਸਨ ਇਹਨਾਂ ਲੋਕਾਂ ਦੇ ਨਾਲ, ਲੇਕਿਨ ਉਹਨਾਂ ਨੇ ਕੋਈ ਵੀ ਹਿੰਸਕ ਘਟਨਾਵਾਂ ਨੂੰ ਅੰਜਾਮ ਨਹੀਂ ਸੀ ਦਿੱਤਾ।
ਉਹ ਵੀ ਲੋਕ ਇਹਨਾਂ ਅਫਸਰਾਂ ਦੀ ਭੁੱਖ ਦਾ ਹਿੱਸਾ ਬਣ ਗਏ, ਇਹਨਾਂ ਕੈਟਾਂ ਦੀ ਉਸ ਲਾਲਚ ਦਾ ਹਿੱਸਾ ਬਣ ਗਏ ਜੋ ਕਿ ਪਿਓਰਲੀ ਇੱਕ ਮਰਸਨਰੀ ਜਿਹੜੇ ਮੰਤਵ ਸੀ ਉਹਨਾਂ ਤੋਂ ਉਪਜਦੀ ਸੀ। ਯਾਨੀ ਕਿ ਇਹਨਾਂ ਨੂੰ ਸਿਰਫ ਪੈਸੇ ਦੇ ਨਾਲ ਮਤਲਬ ਹੁੰਦਾ ਸੀ, ਕਿਉਂਕਿ 2-2 4-4 5-5 ਲੱਖ ਉਹਨਾਂ ਸਮਿਆਂ ਦੇ ਵਿੱਚ ਬਹੁਤ ਵੱਡੀ ਰਾਸ਼ੀ ਹੋਇਆ ਕਰਦੀ ਸੀ। ਉਸ ਦੌਰਾਨ ਇੱਕ ਵੀ ਜੇ ਵੱਖਵਾਦੀ ਨੂੰ ਜਾਂ ਖਾੜਕੂ ਨੂੰ ਢੇਰ ਕਰਾਏ ਜਾਣ ਲਈ 1 ਜਾਂ 2 ਲੱਖ ਜਾਂ 5 ਲੱਖ ਰੁਪਏ ਮਿਲਦਾ ਸੀ ਤੇ ਉਸ ਦੇ ਵਿੱਚੋਂ ਇੱਕ ਕੈਟ ਵੀ 20-20 25-25 30-30 40-40 ਹਜ਼ਾਰ ਲੈਂਦਾ ਸੀ, ਜਦੋਂ ਕਿ ਅਫਸਰ ਜਿਹੜੇ ਸਨ ਉਹ ਲੱਖਾਂ ਰੁਪਏ ਡਕਾਰ ਜਾਂਦੇ ਸਨ, ਜਿਹੜੇ ਖਾਸ ਕਰਕੇ ਸੁਪਰਵਾਈਜ਼ਰੀ ਲੈਵਲ ਦੇ ਅਫਸਰ SSP ਜਾਂ ਉਸ ਤੋਂ ਉਤਲੇ ਪੱਧਰ ਦੇ ਅਫਸਰ ਹੁੰਦੇ ਸਨ। ਥੱਲੜੇ ਅਫਸਰਾਂ ਨੂੰ ਵੀ ਕੁਝ ਹਜ਼ਾਰ ਰੁਪਏ ਹਿੱਸਾ ਆਉਂਦਾ ਸੀ। ਸੋ ਇੱਕ ਤਰੀਕੇ ਨਾਲ ਇੱਕ ਪੂਰਾ ਢਾਂਚਾ ਬਣ ਚੁੱਕਾ ਸੀਗਾ, ਜਿਸ ਦੇ ਵਿੱਚ ਕਿ ਇਨਾਮੀ ਰਾਸ਼ੀ ਦੇ ਵਿੱਚ ਆਪਣਾ ਹਿੱਸਾ ਜਾਂ ਆਪਣਾ ਜਿਹਨੂੰ ਕਹਿੰਦੇ ਸਨ ਬੋਟੀਆਂ ਜਿਹੜੀਆਂ ਸੀ ਉਹਨੂੰ ਨੋਚਣ ਦਾ ਇੱਕ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਤੇ ਇਸੀ ਨੇ ਕ੍ਰਿਮੀਨਲਾਈਜ਼ਡ ਹੋ ਚੁੱਕੇ ਇਸ ਵੱਖਵਾਦ ਜਾਂ ਕ੍ਰਿਮੀਨਲਾਈਜ਼ਡ ਹੋ ਚੁੱਕੀ ਇਸ ਪੁਲਿਸ ਨੂੰ ਇੱਕ ਮਰਸਨਰੀ ਰੂਪ ਦੇ ਚੁੱਕਾ ਸੀ। ਇਹੀ ਕਾਰਨ ਵੀ ਮੰਨਿਆ ਜਾਂਦਾ ਹੈ, ਜੇ ਆਪਾਂ ਮੋਟਾ ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਪੰਜਾਬ ਦੇ ਵਿੱਚ ਵੱਖਵਾਦ ਤੇ ਖਾੜਕੂਵਾਦ ਦੀ ਲਹਿਰ ਜਿਹੜੀ ਸੀ ਉਹ ਫੇਲ ਕਿਉਂ ਹੋਈ, ਕਿਉਂਕਿ ਤਮਾਮ ਇਹਨਾਂ ਸਾਲਾਂ ਦੇ ਵਿੱਚ 1986 ਤੋਂ ਲੈ ਕੇ 1995 ਤੱਕ ਲਗਭਗ 8 ਜਾਂ 9 ਸਾਲ ਸਨ ਜਦੋਂ ਕਿ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਜਾਂ ਵੱਖਵਾਦ ਦਾ ਸਿਰ ਕੁਚਲਤਾ ਗਿਆ। ਲੇਕਿਨ ਉਹ ਇसी ਇੱਕ ਬੰਦੇ ਨੇ, ਇੱਕ ਫੋਰਸ ਨੇ ਸਿਰ ਨਹੀਂ ਕੁਚਲਿਆ, ਬਲਕਿ ਉਹਦੇ ਮਲਟੀਪਲ ਫੈਕਟਰ ਸਨ। ਉਹ ਮਜ਼ਬੂਤੀ ਇੱਕ ਮੁੱਖ ਮੰਤਰੀ ਦੀ ਨਹੀਂ ਸੀ, ਉਹ ਮਜ਼ਬੂਤੀ ਬੇਅੰਤ ਸਿੰਘ ਦੀ ਨਹੀਂ ਸੀ, ਉਹ ਮਜ਼ਬੂਤੀ KPS ਗਿੱਲ ਦੀ ਨਹੀਂ ਸੀ, ਬਲਕਿ ਉਹ ਮਜ਼ਬੂਤੀ ਉਸ तमाम ਪੁਲਿਸ ਫੋਰਸ ਤੇ ਉਸ ਦੇ ਕੈਟ ਇਨਫਰਾਸਟ੍ਰਕਚਰ ਜਾਂ ਮੈਕੈਨਿਜ਼ਮ ਜਾਂ ਉਸ ਢਾਂਚੇ ਦੀ ਸੀ ਜਿਸ ਨੇ ਕਿ ਵੱਖਵਾਦੀਆਂ ਜਾਂ ਖਾੜਕੂਆਂ ਦੇ ਕਾਡਰਸ ਦੇ ਵਿੱਚ ਵੜ ਕੇ ਉਹਨਾਂ ਨੂੰ ਸੇਂਧ ਲਾਈ। ਇਸ ਦੇ ਨਾਲ ਹੀ ਉਹ ਮਜ਼ਬੂਤੀ ਤੋਂ ਵੱਧ ਉਹ ਕਮਜ਼ੋਰੀ ਸੀ ਉਸ ਪੂਰੀ ਖਾੜਕੂਵਾਦ ਦੀ ਲਹਿਰ ਦੀ, ਜੋ ਕਿ ਕਿਤੇ ਨਾ ਕਿਤੇ ਵਿਚਾਰਧਾਰਕ ਪੱਖੋਂ ਜਾਂ ਸਿਧਾਂਤਕ ਪੱਖੋਂ ਨਿਖੜਦੀ ਜਾ ਰਹੀ ਸੀ ਆਪਣੇ ਉਹਨਾਂ ਮੂਲ ਸਿਧਾਂਤਾਂ ਤੋਂ ਜੋ ਕਿ ਕਿਤੇ ਨਾ ਕਿਤੇ ਅਨੰਦਪੁਰ ਸਾਹਿਬ ਮਤੇ ਤੋਂ ਉਪਜਦੇ ਸਨ। ਪੰਜਾਬੀ ਬੋਲੇ ਇਲਾਕਿਆਂ ਦੀ ਗੱਲ ਸੀ, ਪੰਜਾਬ ਦੇ ਪਾਣੀਆਂ ਦੀ ਗੱਲ ਸੀ, ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤੇ ਜਾਣ ਦੀ ਗੱਲ ਸੀ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਸੀ। ਇਹ ਉਹ ਮੁੱਦੇ ਸਨ ਜਿਨ੍ਹਾਂ ਨੂੰ ਲੈ ਕੇ ਇੱਕ ਲਹਿਰ ਸ਼ੁਰੂ ਹੋਈ ਸੀ। ਲੇਕਿਨ ਜਿਹੜਾ ਅੰਤ ਹੋਇਆ ਉਹ ਕਿਤੇ ਨਾ ਕਿਤੇ ਇਸ ਪੂਰੀ ਲਹਿਰ ਨੂੰ ਉਹਨਾਂ ਵਿਚਾਰਧਾਰਾਵਾਂ ਅਤੇ ਉਹਨਾਂ ਸਿਧਾਂਤਾਂ ਤੋਂ ਅਲੱਗ ਹੁੰਦਿਆਂ ਹੋਇਆਂ ਅਸੀਂ ਵੇਖਿਆ, ਨਿਖੜਦਿਆਂ ਹੋਇਆਂ ਅਸੀਂ ਵੇਖਿਆ। ਤੇ ਉਸ ਤੋਂ ਬਾਅਦ ਉਸ ਦੇ ਵਿੱਚ ਕ੍ਰਿਮੀਨਲਸ ਸ਼ਾਮਲ ਹੋ ਗਏ। ਉਸ ਤੋਂ ਬਾਅਦ ਉਸ ਦੀ ਇੱਕ ਮਰਸਨਰੀ ਜਿਹੜੀ ਅਪੀਲ ਆ ਗਈ, ਕਿਉਂਕਿ ਜਦੋਂ ਉਹ ਲੋਕ ਜੋ ਕਿ ਬੇਰੁਜ਼ਗਾਰ ਸਨ, ਅਪਰਾਧਿਕ ਅਨਸਰ ਸਨ, ਜਦੋਂ ਉਹਨਾਂ ਨੇ ਕਮਾਨ ਸਾਂਭ ਲਈ ਤੇ ਉਹਨਾਂ ਕੋਲ ਹਥਿਆਰ ਆ ਗਏ ਤਾਂ ਉਸ ਵਕਤ ਉਹਨਾਂ ਨੇ ਇਹ ਦੇਖਿਆ ਨਹੀਂ ਕਿ ਮਰਨ ਵਾਲਾ ਹਿੰਦੂ ਹੈ ਜਾਂ ਮਰਨ ਵਾਲਾ ਸਿੱਖ ਹੈ। ਉਹਨਾਂ ਨੇ ਸਿਰਫ ਅੰਨ੍ਹੇਵਾਹ ਦਹਿਸ਼ਤਗਰਦੀ ਦਾ ਨੰਗਾ ਨਾਚ ਨਚਾਇਆ, ਜਿਸ ਤੋਂ ਬਾਅਦ ਕਿ ਪੁਲਿਸ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਉਹ ਮੌਕਾ ਮਿਲਦਾ ਰਿਹਾ। ਤੇ ਬਾਅਦ ਦੇ ਵਿੱਚ ਕਸ਼ਮੀਰ ਦੀ ਸਮੱਸਿਆ ਨੇ ਇਸ ਪੂਰੀ ਗੱਲਬਾਤ ਨੂੰ ਉੱਥੇ ਲੈ ਕੇ ਪ੍ਰੈਸੀਪੀਟੇਟ ਕਰਤਾ ਜਿੱਥੇ ਕਿ ਹੁਣ ਇਸ ਵੱਖਵਾਦ ਖਾੜਕੂਵਾਦ ਜਾਂ ਜੋ ਉਸ ਵਕਤ ਤੱਕ ਦਹਿਸ਼ਤਗਰਦੀ ਬਣ ਚੁੱਕੀ ਸੀ ਉਸ ਦਾ ਜੜੋਂ ਸਫਾਇਆ ਕੀਤਾ ਜਾਏ। ਸੇ ਉਹੀ ਹੋਇਆ ਵੀ। ਸੋ 1995 ਆਉਂਦਿਆਂ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ ਜਾਂਦਾ ਤਾਂ ਉਸ ਤੋਂ ਕੁਝ ਦੇਰ ਬਾਅਦ ਜਗਤਾਰ ਸਿੰਘ ਹਵਾਰਾ ਤੇ ਹੋਰ ਉਹਨਾਂ ਦੇ ਸਾਥੀਆਂ ਨੂੰ ਫੜ ਲਿਆ ਜਾਂਦਾ ਹੈ। ਉਸ ਤੋਂ ਬਾਅਦ ਕੋਈ ਵੀ ਵੱਡੀ ਜਿਹੜੀ ਵਾਰਦਾਤ ਹੈ ਉਹ ਘਟਨਾ ਨਹੀਂ ਹੋ ਪਾਈ। ਲੇਕਿਨ ਇਸ ਪੂਰੀ ਜਿਹੜੀ ਆਰਮ ਸਟਰਗਲ ਸੀਗੀ ਵੱਖਵਾਦ ਜਾਂ ਖਾੜਕੂਵਾਦ ਦੀ, ਇਹ ਜਿਹੜੀ ਆਰਮ ਸਟਰਗਲ ਸੀ, ਇਸ ਦੀ ਪੂਰੀ ਮੂਵਮੈਂਟ ਨੂੰ ਟੋਰਪੀਡੋ ਕਰਨ ਦੇ ਵਿੱਚ ਉਹਨਾਂ ਕੈਟਸ ਦੀ ਬਹੁਤ ਵੱਡੀ ਭੂਮਿਕਾ ਸੀ ਜੋ ਕਿ ਅਪਰਾਧੀ ਵੀ ਸਨ, ਕ੍ਰਿਮੀਨਲਸ ਵੀ ਸਨ ਤੇ ਉਹੀ ਵੱਖਵਾਦੀ ਰੈਂਕ ਤੇ ਫਾਈਲ ਦੇ ਵਿੱਚੋਂ ਆਏ ਹੋਏ ਲੋਕ ਸਨ ਜਿਨ੍ਹਾਂ ਨੂੰ ਅੰਦਰ ਦੀ ਖੁਫੀਆ ਜਾਣਕਾਰੀ ਸੀ। ਇਹ ਲੜਾਈ ਇਕੱਲੀ ਪੰਜਾਬ ਪੁਲਿਸ ਨੇ ਨਹੀਂ ਜਿੱਤੀ, ਬਲਕਿ ਉਹਨਾਂ ਕੈਟਸ ਤੇ ਉਹਨਾਂ ਅੰਦਰਲੇ ਜਿਹੜੇ ਖੁਫੀਆ ਤੰਤਰ ਜਾਂ ਖੁਫੀਆ ਸੰਸਾਧਨ ਸਨ, ਸਰੋਤ ਸਨ, ਜਿਨ੍ਹਾਂ ਨੇ ਕਿ ਸਮੇਂ-ਸਮੇਂ ਤੇ ਬਹੁਤ ਐਸੀ ਕ੍ਰਿਟੀਕਲ ਲੀਡਸ ਤੇ ਜਾਣਕਾਰੀਆਂ ਪੁਲਿਸ ਤੇ ਸਿਕਿਉਰਿਟੀ ਏਜੰਸੀਜ਼ ਨੂੰ ਦਿੱਤੀਆਂ, ਜਿਸ ਦੇ ਕਾਰਨ ਹੀ ਉਹ ਵੱਡੇ ਆਪਰੇਸ਼ਨ ਹੋ ਪਾਏ, ਜਿਸ ਦੇ ਵਿੱਚ ਕਿ ਇੱਕ ਬਹੁਤ ਵੱਡੀ ਲੀਡਰਸ਼ਿਪ ਦਾ ਜਿਹੜਾ ਸਫਾਇਆ ਸੀਗਾ ਪੰਜਾਬ ਦੀ ਵੱਡੀਆਂ ਜਿਹੜੀਆਂ ਦਹਿਸ਼ਤਗਰਦੀ ਜਾਂ ਵੱਖਵਾਦ ਦੀਆਂ ਜਥੇਬੰਦੀਆਂ ਸਨ ਉਹਨਾਂ ਦਾ ਹੋ ਗਿਆ। ਇਸ ਤੋਂ ਬਾਅਦ ਸੈਕੰਡ ਰੰਗ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਵੀ ਟਾਰਗੇਟ ਕੀਤਾ ਗਿਆ ਤੇ ਜਦੋਂ ਵੱਡੇ ਜਿਹੜੇ ਲੀਡਰ ਸਨ, ਖਾੜਕੂ ਐਲੀਮੈਂਟ ਸਨ, ਉਹ ਵਿਦੇਸ਼ਾਂ ਵਿੱਚ ਜਾ ਕੇ ਸੇਫ ਹੈਵਨਸ ਵਿੱਚ ਬੈਠ ਗਏ। ਉਸ ਹਾਲਾਤ ਦੇ ਵਿੱਚ ਇੱਕ ਡਾਇਰੈਕਸ਼ਨਲੈਸ ਮੂਵਮੈਂਟ ਸੀ ਜਿਸ ਦਾ ਸਫਾਇਆ ਕਰਨਾ KPS ਗਿੱਲ ਜਾਂ ਬੇਅੰਤ ਸਿੰਘ ਵਰਗੀਆਂ ਸਰਕਾਰਾਂ ਜਾਂ ਉਹਨਾਂ ਦੇ ਥੱਲੇ ਇੱਕ ਬਹੁਤ ਹੀ ਪੁਖਤਾ ਜਿਹੜਾ ਖੁਫੀਆ ਤੰਤਰ ਮੌਜੂਦ ਸੀ ਤੇ ਪੁਲਿਸ ਦੀ ਇੱਕ ਪੂਰੀ ਮੋਟੀਵੇਟਿਡ ਫੋਰਸ ਮੌਜੂਦ ਸੀ ਜਿਸ ਦੇ ਆਪਣੇ ਰਿਸ਼ਤੇਦਾਰਾਂ ਦੀ ਮੌਤਾਂ ਵੀ ਉਹਨਾਂ ਲਈ ਇੱਕ ਰਿਟੈਲੀਏਸ਼ਨ ਦਾ ਵੱਡਾ ਕਾਰਨ ਸੀ। ਉਹਨਾਂ ਲਈ ਕੋਈ ਵੀ ਔਖਾ ਨਹੀਂ ਸੀ। ਸੋ ਇਸ ਵੀਡੀਓ ਦੇ ਵਿੱਚ ਸਾਡੀ ਇਹ ਜਿਹੜੀ ਪੂਰੀ ਜਾਣਕਾਰੀ ਹੈ ਇਹ ਕੈਟਸ ਉੱਤੇ ਆਧਾਰਿਤ ਸੀ ਤੇ ਉਸ ਦੇ ਨਾਲ ਹੀ ਅਸੀਂ ਥੋੜ੍ਹਾ ਜਿਹਾ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਅਲਗਾਵਵਾਦ, ਵੱਖਵਾਦ ਤੇ ਖਾੜਕੂਵਾਦ ਦੀ ਉਸ ਲਹਿਰ ਨੂੰ ਵੀ ਸਟੱਡੀ ਕਰੀਏ, ਕਿਉਂਕਿ ਇਹਨਾਂ ਕੈਟਸ ਨੂੰ ਸਟੱਡੀ ਕਰਨ ਦਾ ਮਕਸਦ ਸਿਰਫ ਪੰਜਾਬ ਪੁਲਿਸ ਦੀ ਇੱਕ ਮੋਡਸ ਆਪਰੈਂਡੀ ਜਾਂ ਢੰਗ ਤਰੀਕੇ ਨੂੰ ਐਗਜ਼ਾਮਿਨ ਕਰਨਾ ਨਹੀਂ ਸੀ, ਬਲਕਿ ਇਹਨਾਂ ਕੈਟ ਦੀ ਸ਼ਕਲ ਦੇ ਵਿੱਚ ਸਾਨੂੰ ਉਹਨਾਂ ਖਾੜਕੂਆਂ ਜਾਂ ਉਹਨਾਂ ਵੱਖਵਾਦੀ ਜਥੇਬੰਦੀਆਂ ਦੇ ਵਿੱਚ ਦੀਆਂ ਕਮੀਆਂ ਖਾਮੀਆਂ ਨੂੰ ਵੀ ਸਮਝਣ ਦਾ ਮੌਕਾ ਮਿਲਦਾ ਹੈ। ਕਿਉਂਕਿ ਕੈਟ ਆਖਰਕਾਰ ਕੋਈ ਐਸੇ ਲੋਕ ਨਹੀਂ ਸਨ ਜੋ ਕਿ ਪੁਲਿਸ ਵਿੱਚੋਂ ਤਿਆਰ ਕੀਤੇ ਗਏ ਸਨ। ਇਹ ਉਹ ਲੋਕ ਸਨ ਜੋ ਕਿ ਵੱਖਵਾਦੀਆਂ ਜਾਂ ਖਾੜਕੂਆਂ ਦੇ ਵਿੱਚੋਂ ਆਏ ਸਨ ਤੇ ਇਹਨਾਂ ਨੇ ਹੀ ਉਹਨਾਂ ਮੂਵਮੈਂਟਸ ਨੂੰ ਸਭ ਤੋਂ ਜ਼ਿਆਦਾ ਖੋਰਾ ਵੀ ਲਗਾਇਆ। ਤੇ ਉਹ ਖੋਰਾ ਲਗਾਉਣ ਦੇ ਕਾਰਨ ਕੀ ਸਨ, ਇਹ ਕਿਉਂ ਲੋਕ ਡਿਸਇਲੂਜ਼ਨਡ ਹੋ ਕੇ ਆਏ, ਕਿਉਂਕਿ ਉੱਥੇ ਕ੍ਰਿਮੀਨਲਾਈਜੇਸ਼ਨ ਹੋ ਚੁੱਕੀ ਸੀ। ਇਸ ਪੂਰੀ ਗੱਲਬਾਤ ਨੂੰ ਸਮਝਣਾ ਬਹੁਤ ਜ਼ਰੂਰੀ ਸੀ
ਤੇ ਨਿਖਾਰ ਕੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਵੀ ਮੇਰੀ ਰਹੀ ਹੈ ਇਸ ਵੀਡੀਓ ਦੇ ਮਾਧਿਅਮ ਨਾਲ। ਉਮੀਦ ਕਰਾਂਗੇ ਵੀ ਇਹਦੇ ਚੋਂ ਕਈ ਨਵੇਂ ਪੁਆਇੰਟਸ ਜਾਂ ਕੁਝ ਡਾਇਰੈਕਸ਼ਨ ਤੁਹਾਨੂੰ ਮਿਲੀ ਹੋਏਗੀ। ਦੇਖੋ, ਇਹ ਬਹੁਤ ਵੱਡਾ ਇਸ਼ੂ ਹੈ, ਇਹ ਬਹੁਤ ਵੱਡਾ ਸਬਜੈਕਟ ਹੈ। ਇਸ ਉੱਤੇ ਜਿੰਨੇ ਮੂੰਹ ਓਨੀਆਂ ਰਾਵਾਂ ਹੈਗੀਆਂ ਨੇ। ਬਹੁਤ ਸੇ ਲੋਕਾਂ ਨਾਲ ਗੱਲਬਾਤ ਕਰਕੇ ਜਾਂ ਬਹੁਤ ਸੀ ਜਿਹੜੇ ਡਾਕੂਮੈਂਟਸ ਨੂੰ ਸਟੱਡੀ ਕਰਕੇ ਇਹ ਚੀਜ਼ਾਂ ਸਮਝ ਵਿੱਚ ਆਉਂਦੀਆਂ ਨੇ। ਲੇਕਿਨ ਇਹ ਚੀਜ਼ ਆਪਾਂ ਜ਼ਰੂਰ ਮੰਨ ਕੇ ਚੱਲੀਏ ਵੀ ਇੰਟਰਪ੍ਰੀਟੇਸ਼ਨਸ ਵੱਖ-ਵੱਖ ਨੇ, ਲੇਕਿਨ ਇਹਨਾਂ ਮੂਵਮੈਂਟਸ ਦਾ ਵੱਖਵਾਦ ਤੇ ਖਾੜਕੂਵਾਦ ਜਾਂ ਵੱਖਵਾਦੀ ਜਥੇਬੰਦੀਆਂ ਦੀ ਪੂਰੀ ਜਿਹੜੀ ਹਿਸਟਰੀ ਹੈ 1986 ਤੋਂ ਲੈ ਕੇ 1995 ਤੱਕ, ਤੇ ਇਸੇ ਤਰੀਕੇ ਨਾਲ ਪੁਲਿਸ ਦੀ ਜਿਹੜੀ ਇਹ ਪੂਰਾ ਪਿਛੋਕੜ ਤੇ ਇਤਿਹਾਸ ਹੈ, ਇਹਨਾਂ ਦੇ ਵਿੱਚ ਕਈ ਵੇਰੀਏਬਲਸ ਹੈਗੇ ਨੇ। ਦੁੱਧ ਦਾ ਤੁਲਿਆ ਇਹਨਾਂ 'ਚੋਂ ਕੋਈ ਵੀ ਨਹੀਂ ਸੀਗਾ, ਸਾਰੇ ਇੱਕੋ ਲੈਵਲ ਤੇ ਚੱਲ ਰਹੇ ਸਨ। ਤੇ ਜਿਵੇਂ ਮੈਂ ਬਾਅਦ ਦੇ ਵਿੱਚ ਦੱਸਿਆ ਵੀ ਦੋਵਾਂ ਦੇ ਰੈਂਕ ਐਂਡ ਫਾਈਲ ਦੇ ਵਿੱਚ ਅਪਰਾਧਿਕ ਅੰਸਰ ਕ੍ਰਿਮੀਨਲਸ ਵੀ ਸ਼ਾਮਲ ਸਨ, ਤੇ ਦੋਵਾਂ ਦੀ ਜਿਹੜੀ ਅਪਰੋਚ ਸੀ ਪਿਓਰਲੀ ਮਰਸੀਨਰੀ ਅਵਾਰਡਸ ਤੇ ਰਿਵਾਰਡ ਦੀ ਜਿਹੜੀ ਅਪਰੋਚ ਬਣ ਕੇ ਰਹਿ ਗਈ। ਇਹੀ ਕਾਰਨ ਸੀ ਵੀ ਵੱਡੀ ਮੂਵਮੈਂਟ ਨੂੰ ਅਸੀਂ ਫੇਲ ਹੁੰਦਿਆਂ ਵੇਖਿਆ। ਇਹ ਮੰਨ ਕੇ ਚੱਲੇ ਵੀ ਪੁਲਿਸ ਕੋਲ ਤੇ ਸਰਕਾਰ ਕੋਲ ਕੋਈ ਜ਼ਿਆਦਾ ਕੋਈ ਢੰਗ ਤਰੀਕੇ ਨਹੀਂ ਸਨ ਵੱਖਵਾਦ ਦੇ ਖਿਲਾਫ ਲੜਾਈ ਨੂੰ ਲੜਨ ਲਈ। ਉਸ ਦੇ ਵਿੱਚ ਉਸ ਲੜਾਈ ਨੂੰ ਅੰਦਰੋਂ ਵੀ ਵੀਕ ਕੀਤਾ ਗਿਆ, ਬਾਹਰੋਂ ਵੀ ਵੀਕ ਕੀਤਾ ਗਿਆ ਤੇ ਉੱਤੋਂ ਵੀ ਉਹਦਾ ਦਮਨ ਕੀਤਾ ਗਿਆ। ਲੇਕਿਨ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਮਾੜੀ ਚੀਜ਼ ਪੰਜਾਬ ਪੁਲਿਸ ਦੇ ਪੱਖੋਂ ਸੀ, ਉਹ ਸੀ ਮਨੁੱਖੀ ਅਧਿਕਾਰਾਂ ਦਾ ਕਾਣ। ਉਹਨਾਂ ਕੈਟਸ ਤੇ ਉਹਨਾਂ ਪੁਲਿਸ ਅਫਸਰਾਂ ਦੇ ਲਾਲਚ ਤੇ ਭੁੱਖ ਦੇ ਕਾਰਨ ਜਿਹੜੇ ਨੌਜਵਾਨਾਂ ਨੂੰ, ਬੇਦੋਸ਼ੇ ਨੌਜਵਾਨਾਂ ਨੂੰ ਮਾਰਿਆ ਗਿਆ। ਖਾੜਕੂ ਦੱਸ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਡਿਸਪੋਜ਼ ਆਫ ਕਰਤਾ ਗਿਆ ਤੇ ਇਨਾਮੀ ਰਾਸ਼ੀ ਲੈਣ ਦੇ ਚੱਕਰਾਂ ਵਿੱਚ, ਆਪਣੇ ਸੀਨਿਆਂ ਉੱਤੇ ਹੋਰ ਮੈਡਲ ਚਮਕਾਉਣ ਦੇ ਚੱਕਰਾਂ ਵਿੱਚ ਜੋ ਪੰਜਾਬ ਪੁਲਿਸ ਦੇ ਅਫਸਰਾਂ ਨੇ ਕੀਤਾ, ਉਹ ਕਿਤੇ ਵੀ ਨਹੀਂ ਸੀ ਸ਼ੋਭਦਾ। ਅਸੀਂ ਵੱਖਵਾਦੀਆਂ ਜਾਂ ਖਾੜਕੂਆਂ ਤੋਂ ਜ਼ਿਆਦਾ ਆਸਾਂ ਉਮੀਦਾਂ ਨਹੀਂ ਸਨ ਕਰ ਸਕਦੇ, ਕਿਉਂਕਿ ਜੇ ਉਹਨਾਂ ਨੇ ਕੁਝ ਐਸੀਆਂ ਵਾਰਦਾਤਾਂ ਕੀਤੀਆਂ ਤਾਂ ਉਹ ਉਹਨਾਂ ਦਾ ਮਨੋਰਥ ਹੋ ਸਕਦਾ ਹੈ। ਲੇਕਿਨ ਇੱਕ ਡਿਸਿਪਲਿਨਡ ਯੂਨੀਫਾਰਮ ਪੁਲਿਸ ਦੇ ਜਿਹੜੇ ਅਫਸਰ, ਜੇ ਉਹ ਕੈਟਸ ਦੀ ਮਦਦ ਦੇ ਨਾਲ ਇਸ ਕਿਸਮ ਦੀ ਇੱਕ ਅੰਨ੍ਹੇਵਾਹ ਜਿਹੜੀ ਲੁੱਟ ਸੀਗੀ ਉਹਨਾਂ ਇਨਾਮੀ ਰਾਸ਼ੀਆਂ ਦੀ, ਜਿਹੜੇ ਸੀਕ੍ਰੇਟ ਫੰਡਸ ਕੇਂਦਰ 'ਚੋਂ ਆ ਰਹੇ ਸੀ, ਜੇ ਉਹਦੇ ਵਿੱਚ ਇਨਵੋਲਵ ਸਨ, ਇਹ ਇੱਕ ਬਹੁਤ ਮੰਦਭਾਗਾ ਐਸਪੈਕਟ ਸੀ, ਬਹੁਤ ਮੰਦਭਾਗਾ ਚੈਪਟਰ ਸੀ। ਉਮੀਦ ਕਰਾਂਗੇ ਇਸ ਪੂਰੀ ਗੱਲਬਾਤ ਜਾਂ ਇਸ ਪੂਰੀ ਕੋਸ਼ਿਸ਼ ਦੇ ਜ਼ਰੀਏ ਤੁਸੀਂ ਵੱਖਵਾਦ ਦੀ ਇਸ ਲੜਾਈ ਤੇ ਕੈਟਸ ਦੀ ਭੂਮਿਕਾ ਤੋਂ ਕਾਫੀ ਹੱਦ ਤੱਕ ਜਾਣੂ ਹੋ ਸਕਦੇ ਹੋਵੋਗੇ, ਕਿਉਂਕਿ ਇੱਕ ਕੈਟੇਗਰੀ ਨਹੀਂ ਸੀ, ਬਹੁਤ ਕੈਟੇਗਰੀਆਂ ਸਨ। ਅਸੀਂ ਉਹਨਾਂ ਨੂੰ ਕੋਖਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਵੀਡੀਓਜ਼ ਲੈ ਕੇ ਵੀ ਇਸ ਕਿਸਮ ਦੇ ਟੌਪਿਕਸ ਉੱਤੇ ਗੱਲਬਾਤ ਜ਼ਰੂਰ ਲੈ ਕੇ ਆਉਂਦੇ ਰਹਾਂਗੇ। ਸਾਡੇ ਚੈਨਲ ਨਾਲ ਰਿਤੇਸ਼ ਲੱਖੀ ਅਨਪਲੱਗ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ।